ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਣਾ ਅੱਜ ਦਾ ਵਿਸ਼ਾ ਹੈ ਗੁਰੂ ਦੇ ਬਚਨ, ਗੁਣਾਂ ਦਾ ਖਜ਼ਾਨਾ। ਸੋ ਇਸ ਪ੍ਰਥਾਏ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਅਖੀਰਲੀ ਅਸ਼ਟਪਦੀ ਦੇ ਵਿੱਚ ਇਸ ਪ੍ਰਕਾਰ ਬਚਨ ਹੈ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਬੜੀ ਸੋਹਣੀ ਸਤਿਗੁਰੂ ਜੀ ਨੇ ਇਹਨਾਂ ਚਾਰ ਪੰਕਤੀਆਂ ਦੇ ਵਿੱਚ ਗੱਲ ਕਹੀ ਹੈ। ਇੱਥੇ ਚਾਰ ਪ੍ਰਕਾਰ ਦੇ ਮਨੁੱਖ ਦੀ ਗੱਲ ਕੀਤੀ ਸਤਿਗੁਰੂ ਜੀ ਨੇ। ਸੁੰਦਰ, ਚਤੁਰ, ਤਤ ਕਾ ਬੇਤਾ ਤੇ ਸਮਦਰਸੀ। ਸੁੰਦਰ, ਚਤੁਰ, ਤਤ ਕਾ ਬੇਤਾ ਅਤੇ ਸਮਦਰਸੀ। ਇਹ ਗੁਣਵਾਨ ਮਨੁੱਖਾਂ ਦੀ ਗੱਲ ਕੀਤੀ। ਜੇ ਉਹ ਜੋ ਮਨੁੱਖ ਗੁਣਾਂ ਦੇ ਨਾਲ ਭਰੇ ਹੋਏ ਹਨ, ਇਹਨਾਂ ਚਾਰਾਂ ਗੁਣਾਂ ਦੇ ਨਾਲ ਭਰੇ ਹੋਏ ਹਨ, ਉਹਨਾਂ ਦੀ ਗੱਲ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪੰਕਤੀਆਂ ਦੇ ਵਿੱਚ ਕੀਤੀ ਹੈ। ਸੋ ਇਹਨਾਂ ਚਾਰੇ ਪੰਕਤੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਚੌਥੀ ਲਾਸਟ ਵਾਲੀ ਪੰਕਤੀ ਹੈ, ਉਹਦਾ ਅਰਥ ਪਹਿਲਾਂ ਕਰਾਂਗੇ ਆਪਾਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਨ੍ਹਾਂ ਨੇ ਆਪਣੇ ਗੁਰੂ ਦੇ ਬਚਨਾਂ ਨੂੰ ਮਨ ਲਾ ਕੇ ਸੁਣਿਆ, ਜਿਨ੍ਹਾਂ ਨੇ ਆਪਣੇ ਗੁਰੂ ਦੇ ਬਚਨਾਂ ਨੂੰ ਪ੍ਰੇਮ ਸ਼ਰਧਾ ਦੇ ਨਾਲ, ਧਿਆਨ ਦੇ ਨਾਲ ਸੁਣਿਆ, ਸ਼ਰਧਾ ਰੱਖੀ ਗੁਰੂ ਦੇ ਬਚਨਾਂ ਦੇ ਵਿੱਚ, ਗੁਰੂ ਦੇ ਬਚਨਾਂ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਇਹ ਫਲ ਤਿਸ ਜਨ ਕੈ ਮੁਖ ਭਣੇ। ਥੱਲਿਓਂ ਅਰਥ ਸਟਾਰਟ ਕੀਤੇ ਆਪਾਂ। ਇਹ ਫਲ ਤਿਸ ਜਨ ਕੈ ਮੁਖ ਭਣੇ। ਇਹ ਫਲ ਉਸ ਨੂੰ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦੇ, ਆਪਣੇ ਗੁਰੂ ਜੀ ਦੇ ਬਚਨਾਂ ਨੂੰ ਪ੍ਰੇਮ ਸ਼ਰਧਾ ਦੇ ਨਾਲ ਸੁਣਿਆ ਤੇ ਉਹਨਾਂ ਬਚਨਾਂ ਦੀ ਕਮਾਈ ਕੀਤੀ ਹੈ। ਤੇ ਇਹ ਫਲ ਕਿਹੜੇ ਫਲ ਮਿਲਦੇ ਹਨ ਉਸ ਮਨੁੱਖ ਨੂੰ? ਸੁੰਦਰ, ਚਤੁਰ, ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਹੁਣ ਆਪਾਂ ਇਹਨਾਂ ਚਾਰ ਮਨੁੱਖਾਂ ਦੀ ਗੱਲ ਕਰਾਂਗੇ। ਸੁੰਦਰ ਦੀ ਵੀ ਗੱਲ ਕਰਾਂਗੇ। ਬਿਊਟੀ, ਸੁੰਦਰ ਮੀਨਸ ਬਿਊਟੀ, ਮਨ ਨੂੰ ਮੋਹ ਲੈਣ ਵਾਲਾ। ਚਤੁਰ ਮਤਲਬ ਬਹੁਤ ਸੁਜਾਨ, ਸਿਆਣਾ, ਸਮਝਦਾਰ, ਵਿਦਵਾਨ। ਤਤ ਬੇਤਾ, ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਇੱਕੋ ਹੀ ਭਾਸ਼ਾ ਦੇ ਵਿੱਚ ਤੇ ਥੋੜ੍ਹੇ ਸਮੇਂ ਦੇ ਵਿੱਚ ਜਾਂ ਦੋ ਸ਼ਬਦਾਂ ਦੇ ਵਿੱਚ ਵਿਖਿਆਨ ਕਰ ਦੇਵੇ, ਉਹ ਤਤ ਬੇਤਾ ਹੁੰਦਾ। ਦੋ ਬਚਨਾਂ ਦੇ ਵਿੱਚ ਸਾਰੀ ਗੱਲ ਕਹਿ ਜਾਣੀ। ਸਮਦਰਸੀ, ਸਮਦਰਸੀ ਮਤਲਬ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖੇ, ਕਿਸੇ ਦੇ ਨਾਲ ਦੂਈ ਦਵੈਸ਼ ਦੀ ਭਾਵਨਾ ਨਾ ਰੱਖੇ, ਜਾਤ ਪਾਤ ਦੀ, ਊਚ ਨੀਚ ਦੀ ਭਾਵਨਾ ਨਾ ਰੱਖੇ, ਉਸ ਨੂੰ ਸਮਦਰਸੀ ਕਹਿੰਦੇ ਆ। ਸੋ ਇਸ ਤਰ੍ਹਾਂ ਦੇ ਨਾਲ ਗੁਰਾਂ ਜੀ ਦੇ ਬਚਨ ਸੁਣਨ ਦੇ ਨਾਲ ਭਾਈ ਇਸ ਤਰ੍ਹਾਂ ਦੇ ਚਾਰ ਪ੍ਰਕਾਰ ਦੇ ਮਨੁੱਖ ਪੈਦਾ ਹੁੰਦੇ ਹਨ। ਸਾਡੇ ਅੰਦਰ ਚਾਰ ਪ੍ਰਕਾਰ ਦੀ ਬਿਰਤੀ, ਇਨਸਾਨੀਅਤ ਪੈਦਾ ਹੁੰਦੀ ਹੈ, ਗਿਆਨ ਪੈਦਾ ਹੁੰਦੇ ਹਨ, ਗੁਣ ਪੈਦਾ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਜੋ ਮਨੁੱਖ ਮਨ ਲਾ ਕੇ ਸੁਣਦਾ ਹੈ, ਉਸ ਨੂੰ ਇਹ ਫਲ ਪ੍ਰਾਪਤ ਹੁੰਦੇ ਆ ਕਿ ਉਸ ਦਾ ਚਿਹਰਾ ਮਨ ਨੂੰ ਮੋਹ ਲੈਣ ਵਾਲਾ ਹੋ ਜਾਂਦਾ ਹੈ।
ਜੋ ਸਤਿਗੁਰੂ ਜੀ ਨੇ ਕਿਹਾ ਸੁੰਦਰ, ਸੁੰਦਰ ਜਿਹਾ ਬਣ ਜਾਂਦਾ, ਉਹ ਮਨ ਨੂੰ ਮੋਹ ਲੈਣ ਵਾਲਾ ਬਣ ਜਾਂਦਾ। ਗੁਰੂ ਦੇ ਬਚਨਾਂ ਨੂੰ ਸ਼ਰਧਾ ਨਾਲ ਸੁਣਨ ਵਾਲਾ ਸਿਆਣਾ ਤੇ ਸੂਝਵਾਨ ਚਤੁਰ ਹੋ ਜਾਂਦਾ। ਉਹ ਵੇਦਾਂ ਦਾ ਤੱਤ ਗਿਆਤਾ ਹੋ ਜਾਂਦਾ, ਉਹ ਸਮਦਰਸ਼ੀ ਹੋ ਜਾਂਦਾ, ਭਾਵ ਸਾਰਿਆਂ ਨੂੰ ਇੱਕੋ ਹੀ ਨਜ਼ਰ ਨਾਲ ਦੇਖਦਾ। ਇਹ ਦਾਤਾਂ, ਇਹ ਫਲ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਆ ਜੋ ਆਪਣੇ ਮੂੰਹ ਨਾਲ ਗੁਰੂ ਨਾਨਕ ਦੀ ਬਾਣੀ ਨੂੰ ਜਪਦਾ। ਭਣੇ ਦਾ ਮਤਲਬ ਹੁੰਦਾ ਜਪਣਾ। ਜਿਵੇਂ ਇਹ ਫਲ ਤਿਸ ਜਨ ਕੈ ਮੁਖ ਭਣੇ, ਦੋ ਗੱਲਾਂ ਗੁਰੂ ਜੀ ਨੇ ਲਿਖੀਆਂ ਨਾ ਲਾਸਟ ਵਾਲੀਆਂ ਪੰਕਤੀਆਂ 'ਚ, ਇੱਕ ਭਣੇ ਸ਼ਬਦ ਵਰਤਿਆ ਤੇ ਇੱਕ ਸੁਣੇ ਸ਼ਬਦ ਵਰਤਿਆ। ਸੋ ਭਣੇ ਦਾ ਅਰਥ ਹੈ ਕਿ ਜਪਦਾ, ਗੁਰਾਂ ਦੀ ਜੋ ਬਾਣੀ ਨੂੰ ਜਪਦਾ ਸ਼ਰਧਾ ਦੇ ਨਾਲ। ਸੁਣੇ ਦਾ ਅਰਥ ਬਣਦਾ ਕਿ ਜੋ ਗੁਰਾਂ ਦੇ ਬਚਨਾਂ ਨੂੰ ਸ਼ਰਧਾ ਨਾਲ ਸੁਣਦਾ। ਇਸ ਤਰ੍ਹਾਂ ਦੋ ਸ਼ਬਦਾਂ ਦੀ ਵਰਤੋਂ ਕੀਤੀ ਸਤਿਗੁਰੂ ਜੀ ਨੇ ਇਹਨਾਂ ਪੰਕਤੀਆਂ ਵਿੱਚ। ਸੋ ਜੋ ਗੁਰੂ ਨਾਨਕ ਦੀ ਬਾਣੀ ਨੂੰ ਆਪਣੇ ਮੂੰਹ ਦੇ ਨਾਲ ਜਪਦਾ ਹੈ, ਭਣੇ ਮਤਲਬ ਜਪਦਾ ਹੈ, ਅਤੇ ਬਾਣੀ ਦੀ ਮਹਿਮਾ ਦਿਲ ਲਾ ਕੇ ਸੁਣਦਾ, ਬਾਣੀ ਦੇ ਅਰਥਾਂ ਨੂੰ, ਬਾਣੀ ਦੀ ਮਹਿਮਾ ਨੂੰ ਦਿਨ ਲਾ ਕੇ ਸੁਣਦਾ, ਇਹ ਸਾਰੇ ਫਲ ਉਸ ਮਨੁੱਖ ਦੇ ਅੰਦਰ ਆ ਵਸਦੇ ਹਨ। ਜੋ ਮਨੁੱਖ ਗੁਰੂ ਜੀ ਦੇ ਬਚਨਾਂ ਅਤੇ ਪ੍ਰਭੂ ਦੇ ਨਾਮ ਨੂੰ ਮੂੰਹੋਂ ਜਪਦਾ ਹੈ ਤੇ ਮਨ ਲਾ ਕੇ ਸੁਣਦਾ। ਚਲੋ ਹੁਣ ਆਪਾਂ ਇਹ ਚਾਰ ਮਨੁੱਖਾਂ ਦੇ ਪ੍ਰਮਾਣ ਦਿੰਦੇ ਹਾਂ, ਪ੍ਰਮਾਣ ਸਹਿਤ ਵਿਆਖਿਆ ਕਰਦੇ ਹਾਂ ਆਪਾਂ ਕਿ ਮਨੁੱਖ ਸੁੰਦਰ ਕਿਵੇਂ ਹੋ ਜਾਂਦਾ, ਮਨੁੱਖ ਚਤਰ ਕਿਵੇਂ ਹੋ ਜਾਂਦਾ, ਮਨੁੱਖ ਤੱਤ ਦਾ ਬੇਤਾ ਕਿਵੇਂ ਹੋ ਜਾਂਦਾ, ਮਨੁੱਖ ਸਮਦਰਸ਼ੀ ਕਿਵੇਂ ਹੋ ਜਾਂਦਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੁੰਦਰ ਦੀ, ਕਿ ਮਨੁੱਖ ਸੁੰਦਰ ਕਿਵੇਂ ਹੋ ਜਾਂਦਾ। ਮਨੁੱਖ ਦੂਸਰਿਆਂ ਦੇ ਮਨ ਨੂੰ ਮੋਹ ਲੈਣ ਵਾਲਾ ਤੇ ਦੂਸਰਿਆਂ ਨੂੰ ਚੰਗਾ ਲੱਗਣ ਵਾਲਾ ਕਿਵੇਂ ਹੋ ਜਾਂਦਾ ਹੈ। ਸੋ ਇਸ ਦੇ ਵਿੱਚ ਆਪਾਂ ਸੁੰਦਰਤਾ ਦਾ ਜਿਹੜਾ ਪ੍ਰਮਾਣ ਹੈ ਉਹ ਪ੍ਰੇਮੇ ਕੋੜੀ ਤੋਂ ਲਵਾਂਗੇ। ਆਪਾਂ ਸੂਰਜ ਪ੍ਰਕਾਸ਼ ਵਿੱਚ ਗੁਰੂ ਅਮਰਦਾਸ ਜੀ ਦੇ ਵੇਲੇ ਦੀ ਇੱਕ ਗਾਥਾ ਹੈ। ਪ੍ਰੇਮਾ ਨਾਮ ਦਾ ਇੱਕ ਕੋੜੀ ਇੱਕ ਪਿੰਡ ਦੇ ਬਾਹਰ ਇੱਕ ਝੌਂਪੜੀ ਵਿੱਚ ਰਹਿੰਦਾ ਸੀ, ਜਿਸ ਦੇ ਸਰੀਰ ਵਿੱਚੋਂ ਮੁਸ਼ਕ ਆਉਂਦੀ ਸੀ। ਇਸ ਕਰਕੇ ਕੋਈ ਵੀ ਉਸ ਦੇ ਨੇੜੇ ਨਹੀਂ ਆਉਂਦਾ ਸੀ। ਕੋਈ ਉਸ ਦੇ ਉੱਤੇ ਤਰਸ ਖਾ ਕੇ ਉਸ ਦੇ ਕੋਲ ਪਏ ਇੱਕ ਠੀਕਰ ਵਿੱਚ ਆਪਣਾ ਮੂੰਹ ਸਿਰ ਬੰਨ੍ਹ ਕੇ ਖਾਣਾ ਪਾ ਜਾਂਦਾ ਸੀ। ਇੱਕ ਵਾਰ ਉਸ ਪਿੰਡ ਦੇ ਕੋਲ ਦੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਾ ਰਹੀ ਸੰਗਤ ਜੋਟੀਆਂ ਵਿੱਚ ਗੁਰਬਾਣੀ ਦਾ ਕੀਰਤਨ ਕਰਦੀ ਹੋਈ ਲੰਘ ਰਹੀ ਸੀ। ਉਹ ਸੰਗਤ ਪ੍ਰੇਮੇ ਕੋੜੇ ਦੀ ਝੌਂਪੜੀ ਦੇ ਬਿਲਕੁਲ ਨਾਲ ਦੀ ਲੰਘ ਰਹੀ ਸੀ। ਜਦ ਉਸ ਦੇ ਕੰਨੀ ਬਾਣੀ ਦਾ ਕੀਰਤਨ ਪਿਆ ਤਾਂ ਉਸ ਨੂੰ ਬਹੁਤ ਸ਼ਾਂਤੀ ਮਿਲੀ। ਉਸਨੇ ਜਾਂਦੀ ਹੋਈ ਸੰਗਤ ਵਿੱਚੋਂ ਇੱਕ ਸਿੱਖ ਨੂੰ ਪੁੱਛਿਆ, ਹੇ ਭਾਈ, ਤੁਸੀਂ ਕਿੱਥੇ ਜਾ ਰਹੇ ਹੋ ਅਤੇ ਇਹ ਕਿਹੜਾ ਭਜਨ ਗਾ ਰਹੇ ਹੋ ਜਿਸ ਨੂੰ ਸੁਣ ਕੇ ਮੇਰੇ ਤੜਪਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਉਸ ਸਿੱਖ ਨੇ ਦੱਸਿਆ ਕਿ ਅਸੀਂ ਗੋਬਿੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ ਅਤੇ ਇਹ ਜੋ ਅਸੀਂ ਗਾ ਰਹੇ ਹਾਂ ਇਹ ਕਿਸੇ ਮਨੁੱਖ ਦਾ ਬਣਾਇਆ ਹੋਇਆ ਕੋਈ ਭਜਨ ਨਹੀਂ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਜੋ ਦੁਖੀਆਂ ਦੇ ਦੁੱਖ ਦੂਰ ਕਰਦੀ ਹੈ। ਪ੍ਰੇਮੇ ਨੇ ਆਖਿਆ, ਹੇ ਭਾਈ, ਮੈਨੂੰ ਵੀ ਉੱਥੇ ਲੈ ਜਾਓ, ਮੈਂ ਬਿਮਾਰੀ ਕਰਕੇ ਚੱਲ ਨਹੀਂ ਸਕਦਾ, ਤੁਸੀਂ ਮੇਰੀ ਮਦਦ ਕਰੋਗੇ ਤਾਂ ਮੈਂ ਵੀ ਗੁਰੂ ਜੀ ਦੇ ਦਰਸ਼ਨ ਕਰ ਲਵਾਂਗਾ। ਪਰ ਉਸ ਸਿੱਖ ਨੇ ਪ੍ਰੇਮੇ ਦੀ ਹਾਲਤ ਦੇਖ ਕੇ ਨਾਲ ਲੈ ਜਾਣ ਤੋਂ ਮਨਾ ਕਰ ਦਿੱਤਾ ਅਤੇ ਭੱਜ ਕੇ ਜਾ ਕੇ ਆਪਣੇ ਸਾਥੀਆਂ ਨਾਲ ਰਲ ਗਿਆ।
ਉਸ ਪ੍ਰੇਮੇ ਨੇ ਜਦੋਂ ਗੁਰੂ ਜੀ ਦੀ ਵਡਿਆਈ ਸੁਣੀ ਸੀ ਤਾਂ ਉਸ ਨੂੰ ਉਦੋਂ ਤੋਂ ਹੀ ਇਵੇਂ ਲੱਗਾ ਜਿਵੇਂ ਉਸ ਨੂੰ ਕਲਪ ਬਿਰਛ ਮਿਲ ਗਿਆ ਹੋਵੇ, ਜਾਂ ਇੱਦਾਂ ਕਹਿ ਲਓ ਕਿ ਸੂਮ ਨੂੰ ਧਨ ਮਿਲ ਗਿਆ ਹੋਵੇ। ਉਸ ਨੂੰ ਦਿਲ ਕਰਕੇ ਗੁਰੂ ਨਾਲ ਪ੍ਰੇਮ ਹੋ ਗਿਆ ਸੀ ਅਤੇ ਉਹ ਰੋਜ਼ ਹੀ ਗੁਰੂ ਜੀ ਦੀ ਅਣਡਿੱਠੀ ਮੂਰਤ ਦਾ ਧਿਆਨ ਧਰ ਕੇ ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਜੀ ਕਹਿ ਕੇ ਆਪਣੇ ਮਨ ਨੂੰ ਸ਼ਾਂਤ ਕਰ ਲੈਂਦਾ ਸੀ। ਪ੍ਰੇਮ ਦੀ ਕੋਈ ਭਾਸ਼ਾ ਨਹੀਂ ਹੁੰਦੀ, ਪ੍ਰੇਮ ਦੀ ਕੋਈ ਭਾਸ਼ਾ ਨਹੀਂ ਹੁੰਦੀ। ਉਹ ਰਾਗ ਕਵਿਤਾ ਕੁਝ ਨਹੀਂ ਜਾਣਦਾ ਸੀ, ਬਸ ਜੋ ਵੀ ਚਿੱਤ ਵਿੱਚ ਆਉਂਦਾ ਸੀ ਪ੍ਰੇਮਾ ਕੋੜੀ ਉਹੀ ਗਾਉਂਦਾ ਰਹਿੰਦਾ ਸੀ। ਹੁਣ ਲੋਕ ਉਸ ਨੂੰ ਧਿਆਨ ਨਾਲ ਖੜੇ ਹੋ ਕੇ ਸੁਣਦੇ ਸਨ। ਦ੍ਰਿਸ਼ਟਾਂਤ ਦੇ ਤੌਰ ਤੇ ਪ੍ਰੇਮਾ ਕੋੜੀ ਕੁਝ ਇਸ ਤਰ੍ਹਾਂ ਦੇ ਬੋਲ ਬੋਲਦਾ ਸੀ। ਗਿਆ ਕਛੌਟਾ ਲੱਭਾ ਪਿਆਰਿਆ, ਗਿਆ ਕਛੌਟਾ ਲੱਭਾ, ਗਿਆ ਕਛੌਟਾ ਲੱਭਾ ਪਿਆਰਿਆ, ਗਿਆ ਕਛੌਟਾ ਲੱਭਾ। ਇਹ ਜਿਹੜੀ ਇੱਕ ਲਾਈਨ ਹੈ ਨਾ, ਇਸ ਦਾ ਅਰਥ ਹੈ ਕਿ ਲੋਕੋ ਸੁਣੋ, ਮੈਨੂੰ ਮੇਰਾ ਗਿਆ ਹੋਇਆ ਸਰੀਰ ਫਿਰ ਤੋਂ ਲੱਭ ਪਿਆ। ਲੋਕ ਇਹ ਸੁਣ ਕੇ ਖੁਸ਼ ਹੁੰਦੇ ਸਨ ਅਤੇ ਅੰਨ ਪਾਣੀ ਲਿਆ ਕੇ ਦੇ ਦਿੰਦੇ, ਪਰ ਉਸ ਦੇ ਮਨ ਵਿੱਚ ਇੱਛਾ ਸੀ ਕਿ ਉਹ ਕਿਸੇ ਤਰ੍ਹਾਂ ਗੁਰੂ ਜੀ ਦੇ ਦਰਸ਼ਨ ਪਾਵੇ। ਇੱਕ ਦਿਨ ਹਿੰਮਤ ਕਰਕੇ ਪ੍ਰੇਮਾ ਕੋੜੀ ਗੋਬਿੰਦਵਾਲ ਨੂੰ ਚੱਲ ਪਿਆ ਅਤੇ ਰਿੜਦਾ ਰਿੜਦਾ ਮੁਸ਼ਕਲਾਂ ਨਾਲ ਉਹ ਗੋਬਿੰਦਵਾਲ ਸਾਹਿਬ ਪਹੁੰਚ ਗਿਆ। ਟਿਕਾਣੇ ਪਹੁੰਚ ਕੇ ਉਸਨੇ ਗੁਰੂ ਜੀ ਦੇ ਦਰਵਾਜ਼ੇ ਅੱਗੋਂ ਧੂੜੀ ਚੁੱਕੀ, ਭਾਵ ਮਿੱਟੀ ਚੁੱਕੀ ਅਤੇ ਆਪਣੇ ਮੂੰਹ ਅਤੇ ਸਰੀਰ ਉੱਤੇ ਮਲ ਕੇ ਉੱਥੇ ਹੀ ਬੈਠ ਗਿਆ। ਉਹ ਹਮੇਸ਼ਾ ਗੁਰੂ ਘਰ ਦੇ ਦਰਵਾਜ਼ੇ ਅੱਗੇ ਬੈਠਾ ਰਹਿੰਦਾ ਅਤੇ ਉੱਥੇ ਹੀ ਸੌਂ ਜਾਂਦਾ ਅਤੇ ਹਮੇਸ਼ਾ ਹੀ ਆਪਣੀ ਮਸਤੀ ਵਿੱਚ ਇਸ ਤਰ੍ਹਾਂ ਗਾਉਂਦਾ ਰਹਿੰਦਾ, ਗਿਆ ਕਛੌਟਾ ਲੱਭਾ ਪਿਆਰਿਆ, ਗਿਆ ਕਛੌਟਾ ਲੱਭਾ। ਜਦੋਂ ਉਹ ਮਿੱਠੀ ਆਵਾਜ਼ ਵਿੱਚ ਇਸ ਤਰ੍ਹਾਂ ਗਾਉਂਦਾ ਤਾਂ ਆਉਣ ਜਾਣ ਵਾਲਿਆਂ ਦੇ ਮਨ ਨੂੰ ਬਹੁਤ ਚੰਗਾ ਲੱਗਦਾ। ਉੱਥੇ ਬੈਠੇ ਨੂੰ ਹੀ ਲਾਂਗਰੀ ਸੇਵਾਦਾਰ ਲੰਗਰ ਪਾਣੀ ਦੇ ਜਾਂਦੇ ਸਨ। ਆਉਣ ਜਾਣੇ ਵਾਲੇ ਸ਼ਰਧਾਲੂਆਂ ਨੇ, ਗੁਰੂ ਜੀ ਦੇ ਸੇਵਕਾਂ ਨੇ ਪ੍ਰੇਮੇ ਕੋੜੀ ਦਾ ਦੁੱਖ ਦਰਦ ਦੂਰ ਕਰਨ ਵਾਸਤੇ ਗੁਰੂ ਜੀ ਅੱਗੇ ਕਈ ਵਾਰ ਬੇਨਤੀ ਕੀਤੀ ਸੀ, ਪਰ ਗੁਰੂ ਜੀ ਅੱਗੋਂ ਕੋਈ ਵੀ ਜਵਾਬ ਨਹੀਂ ਦਿੰਦੇ ਸਨ। ਇੱਕ ਦਿਨ ਗੁਰੂ ਜੀ ਨੇ ਅਚਾਨਕ ਹੀ ਸੇਵਾਦਾਰਾਂ ਨੂੰ ਆਖਿਆ ਕਿ ਉਸ ਕੋੜੀ ਨੂੰ ਚੁੱਕ ਲਿਆਓ ਅਤੇ ਜਿਹੜੇ ਚੁਬੱਚੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ ਉਸ ਵਿੱਚ ਇਸ਼ਨਾਨ ਕਰਵਾ ਕੇ ਸਾਫ ਸੁਥਰੇ ਕੱਪੜੇ ਪਵਾ ਕੇ ਚਾਦਰ ਵਿੱਚ ਲਪੇਟ ਕੇ ਸਾਡੇ ਸਾਹਮਣੇ ਲੈ ਆਓ। ਗੁਰੂ ਜੀ ਦੀ ਆਗਿਆ ਪਾ ਕੇ ਸੇਵਕ ਪ੍ਰੇਮੇ ਕੋੜੀ ਨੂੰ ਇੱਕ ਚਾਦਰ ਵਿੱਚ ਪਾ ਕੇ ਚਾਰੇ ਕੰਨੀਆਂ ਤੋਂ ਫੜ ਕੇ ਚੁਬੱਚੇ ਕੋਲ ਲੈ ਗਏ। ਕਿਉਂਕਿ ਉਸ ਦੇ ਸਾਰੇ ਸਰੀਰ ਵਿੱਚੋਂ ਪਾਕ ਵਗਦੀ ਸੀ ਅਤੇ ਕਿਤੇ ਵੀ ਹੱਥ ਪਾਉਣ ਨੂੰ ਥਾਂ ਨਹੀਂ ਸੀ, ਮੁਸ਼ਕ ਵੀ ਆਉਂਦਾ ਸੀ। ਜਦ ਸਿੱਖ ਉਸ ਨੂੰ ਇਸ਼ਨਾਨ ਕਰਵਾ ਕੇ ਤੇ ਸੋਹਣੇ ਵਸਤਰ ਪਵਾ ਕੇ ਚਾਦਰ ਵਿੱਚ ਲਪੇਟ ਕੇ ਗੁਰੂ ਜੀ ਦੇ ਦਰਬਾਰ ਵਿੱਚ ਲੈ ਕੇ ਆਏ ਤਾਂ ਉਸ ਵੇਲੇ ਪ੍ਰੇਮੇ ਦਾ ਸਾਰਾ ਮੂੰਹ ਸਿਰ ਚਾਦਰ ਵਿੱਚ ਲਪੇਟਿਆ ਹੋਇਆ ਸੀ ਅਤੇ ਸਿੱਖਾਂ ਨੇ ਉਸ ਨੂੰ ਗੁਰੂ ਜੀ ਦੇ ਸਾਹਮਣੇ ਲਿਆ ਰੱਖਿਆ। ਗੁਰੂ ਜੀ ਨੇ ਬਚਨ ਕੀਤਾ ਕਿ ਇਸ ਦੇ ਮੂੰਹ ਉੱਤੋਂ ਕੱਪੜਾ ਉਤਾਰੋ। ਜਦ ਸਿੱਖਾਂ ਨੇ ਪ੍ਰੇਮੇ ਦੇ ਮੂੰਹ ਤੋਂ ਕੱਪੜਾ ਉਤਾਰਿਆ ਤਾਂ ਉਸ ਦਾ ਮੁੱਖ ਚੰਨ ਨਾਲੋਂ ਵੀ ਸੋਹਣਾ ਸੀ। ਫਿਰ ਗੁਰੂ ਜੀ ਨੇ ਕਿਹਾ ਕਿ ਇਸ ਦੇ ਸਾਰੇ ਸਰੀਰ ਉੱਤੋਂ ਚਾਦਰ ਵੀ ਉਤਾਰ ਦਿਓ। ਜਦ ਸਾਰੀ ਸੰਗਤ ਵਿੱਚ ਪ੍ਰੇਮੇ ਦੇ ਸਰੀਰ ਤੋਂ ਕੱਪੜਾ ਉਤਾਰਿਆ ਤਾਂ ਸਾਰੀ ਸੰਗਤ ਦੇਖ ਕੇ ਹੈਰਾਨ ਰਹਿ ਗਈ
ਕਿ ਉਸਦੇ ਚਿਹਰੇ ਦੀ ਸੁੰਦਰਤਾ ਇੰਨੀ ਜ਼ਿਆਦਾ ਸੀ ਕਿ ਸਭ ਨੇ ਧੰਨ 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 ਗੁਰੂ ਜੀ ਆਖਿਆ। ਸਾਰੀ ਸੰਗਤ ਨੇ ਆਖਿਆ, ਹੇ ਗੁਰੂ ਜੀ, ਇਸ ਨੂੰ ਤਾਂ ਲਾੜੇ ਵਾਂਗ ਰੰਗ ਰੂਪ ਚੜਿਆ ਹੋਇਆ ਅੱਜ। ਗੁਰੂ ਜੀ ਨੇ ਕਿਹਾ, ਠੀਕ ਹੈ ਭਾਈ, ਫਿਰ ਜੇ ਇਹ ਲਾੜੇ ਵਰਗਾ ਲੱਗਦਾ ਹੈ ਤਾਂ ਅੱਜ ਇਸ ਨੂੰ ਆਪਾਂ ਲਾੜਾ ਹੀ ਬਣਾ ਦਿੰਦੇ ਹਾਂ। ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਹੈ ਕੋਈ ਸਿੱਖ ਜੋ ਆਪਣੀ ਪੁੱਤਰੀ ਦੀ ਸ਼ਾਦੀ ਇਸ ਨਾਲ ਕਰ ਦੇਵੇ। ਇਹ ਸੁਣ ਕੇ ਸਭ ਚੁੱਪ ਕਰ ਗਏ, ਕਿਉਂਕਿ ਸਭ ਨੇ ਹੀ ਪਹਿਲਾਂ ਇਸ ਪ੍ਰੇਮੇ ਕੋੜੀ ਨੂੰ ਗਰੀਬੀ ਦੀ ਹਾਲਤ ਵਿੱਚ ਦੇਖਿਆ ਸੀ ਅਤੇ ਇੱਕ ਸੜੇ ਗਲੇ ਸਰੀਰ ਦੇ ਵਿੱਚ ਵੀ ਦੇਖਿਆ ਸੀ। ਇਸ ਲਈ ਕਿਸੇ ਨੇ ਵੀ ਹਾਮੀ ਨਾ ਭਰੀ। ਫਿਰ ਗੁਰੂ ਜੀ ਨੇ ਕਿਹਾ, ਹੈ ਕੋਈ ਸਿੱਖ ਜੋ ਆਪਣੀ ਪੁੱਤਰੀ ਦੀ ਸ਼ਾਦੀ ਇਸ ਨਾਲ ਕਰ ਦੇਵੇ। ਫਿਰ ਇਹ ਸੁਣ ਕੇ ਭਾਈ ਸ਼ੀਹਾਂ ਉੱਪਲ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਇਹ ਦਿਆਲੂ ਤੇ ਕਿਰਪਾਲੂ ਸਤਿਗੁਰੂ ਜੀ, ਮੇਰੀ ਪੁੱਤਰੀ ਵਿਆਹੁਣ ਦੇ ਯੋਗ ਹੈ, ਆਪ ਜੀ ਸਵੀਕਾਰ ਕਰੋ। ਗੁਰੂ ਜੀ ਨੇ ਕਿਹਾ, ਜਾਓ ਆਪਣੀ ਪੁੱਤਰੀ ਨੂੰ ਲੈ ਕੇ ਆਓ। ਭਾਈ ਸ਼ੀਹਾਂ ਜੀ ਜਾਣਦੇ ਸਨ ਕਿ ਇਸ ਕੰਮ ਵਾਸਤੇ ਮੇਰੀ ਪਤਨੀ ਕਦੇ ਵੀ ਨਹੀਂ ਮੰਨੇਗੀ। ਇਹ ਸੋਚ ਕੇ ਉਹ ਲੰਗਰ ਵਿੱਚ ਸੇਵਾ ਕਰ ਰਹੀ ਸੀ। ਭਾਈ ਸ਼ੀਹਾਂ ਉੱਪਲ ਦੀ ਪਤਨੀ ਲੰਗਰ ਦੇ ਵਿੱਚ ਸੇਵਾ ਕਰ ਰਹੀ ਸੀ ਤੇ ਇਹ ਸੋਚ ਕੇ ਇਸ ਲਈ ਉਸਨੇ ਸਭ ਤੋਂ ਪਹਿਲਾਂ ਜਾ ਕੇ ਆਪਣੀ ਪਤਨੀ ਨੂੰ ਕਿਹਾ ਕਿ ਗੁਰੂ ਜੀ ਦਾ ਹੁਕਮ ਹੈ ਕਿ ਤੂੰ ਅੱਜ ਸੰਗਤ ਵਾਸਤੇ 5 ਕਿਲੋ ਆਟਾ ਗੁੰਨਣਾ। ਕੱਲੀ ਨੇ। ਇਹ ਸੁਣ ਕੇ ਉਹ ਬਹੁਤ ਸਾਰਾ ਆਟਾ ਗੁੰਨਣ ਲੱਗੀ। ਭਾਈ ਸ਼ੀਹਾਂ ਜਾਣਦਾ ਸੀ ਕਿ ਜਦ ਤੱਕ ਇਹ ਸਾਰਾ ਆਟਾ ਗੁੰਨੇਗੀ ਉਦੋਂ ਤੱਕ ਸ਼ਾਦੀ ਹੋ ਜਾਏਗੀ। ਭਾਈ ਸ਼ੀਹਾਂ ਜੀ ਨੇ ਆਪਣੀ ਪੁੱਤਰੀ ਨੂੰ ਗੁਰੂ ਜੀ ਦੇ ਸਾਹਮਣੇ ਲਿਆਂਦਾ ਅਤੇ ਗੁਰੂ ਜੀ ਨੇ ਉਸ ਦੀ ਸ਼ਾਦੀ ਪ੍ਰੇਮੇ ਨਾਲ ਕਰ ਦਿੱਤੀ। ਸਭ ਨੇ ਭਾਈ ਸ਼ੀਹਾਂ ਉੱਪਲ ਨੂੰ ਵਧਾਈਆਂ ਦਿੱਤੀਆਂ। ਜਦ ਕਿਸੇ ਬੀਬੀ ਨੇ ਜਾ ਕੇ ਸ਼ੀਹੇ ਦੀ ਪਤਨੀ ਨੂੰ ਵਧਾਈ ਦਿੱਤੀ ਤੇ ਦੱਸਿਆ ਕਿ ਤੇਰੀ ਪੁੱਤਰੀ ਦੀ ਸ਼ਾਦੀ ਗੁਰੂ ਜੀ ਨੇ ਇੱਕ ਕੋੜੀ ਨੂੰ ਠੀਕ ਕਰਕੇ ਉਸ ਦੇ ਨਾਲ ਕਰ ਦਿੱਤੀ ਹੈ, ਤਾਂ ਉਹ ਭੱਜੀ ਭੱਜੀ ਆਈ ਅਤੇ ਗੁਰੂ ਜੀ ਨੂੰ ਕਹਿਣ ਲੱਗੀ, ਹੇ ਗੁਰੂ ਜੀ, ਤੁਸੀਂ ਇਹ ਕੀ ਕੀਤਾ? ਨਾ ਇਸ ਦੇ ਮਾਂ ਪਿਓ ਦਾ ਪਤਾ ਅਤੇ ਨਾ ਹੀ ਇਸ ਦੀ ਜਾਤ ਪਾਤ ਦਾ ਪਤਾ। ਤੁਸੀਂ ਤਾਂ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਗੁਰੂ ਜੀ ਨੇ ਕਿਹਾ, ਅੱਜ ਤੋਂ ਇਸ ਦਾ ਮਾਂ ਤੇ ਪਿਓ ਮੈਂ ਹਾਂ। ਜੋ ਮੇਰੀ ਜਾਤ ਹੈ ਉਹੀ ਇਸ ਦੀ ਜਾਤ ਹੈ। ਅੱਜ ਤੋਂ ਤੇਰੀ ਲੜਕੀ ਦਾ ਨਾਮ ਮੱਥੋ ਹੈ ਅਤੇ ਇਸ ਦਾ ਨਾਮ ਮੁਰਾਰੀ ਹੈ। ਤੇਰੀ ਲੜਕੀ ਦਾ ਨਾਮ ਮੱਥੋ ਹੈ ਅਤੇ ਇਸ ਦਾ ਨਾਮ ਅਸੀਂ ਮੁਰਾਰੀ ਰੱਖਿਆ। ਜੋ ਲੋਕ ਮੱਥੋ ਮੁਰਾਰੀ ਦਾ ਸਿਮਰਨ ਕਰਨਗੇ ਉਹਨਾਂ ਦੇ ਕੰਮ ਪੂਰੇ ਹੋਣਗੇ, ਚਿੰਤਾ ਅਤੇ ਦੁੱਖਾਂ ਦਾ ਨਾਸ ਹੋਵੇਗਾ, ਤੇਰੀ ਪੁੱਤਰੀ ਦਾ ਨਾਮ ਪਹਿਲਾਂ ਲਿਆ ਜਾਏਗਾ। ਇਹ ਦੋਵੇਂ ਭਾਗਾਂ ਵਾਲੇ ਜੀਵ ਬਣ ਗਏ ਹਨ ਹੁਣ। ਸੋ ਇਹ ਭਾਈ, ਇਸ ਤਰ੍ਹਾਂ ਗੁਰੂ ਨਾਨਕ ਦੇ ਨਾਮ ਦੀ ਮਹਿਮਾ ਸੁਣਨ ਦੇ ਨਾਲ ਕੋੜੀ ਤੇ ਕਰੂਪ ਮਨੁੱਖ ਵੀ ਸੁੰਦਰ ਤੇ ਸੋਹਣੇ ਮਨੁੱਖ ਬਣ ਜਾਂਦੇ ਹਨ ਅਤੇ ਸਲਾਹਣਯੋਗ ਹੋ ਜਾਂਦੇ ਹਨ। ਜਿਵੇਂ ਸਤਿਗੁਰੂ ਜੀ ਕਹਿੰਦੇ ਹਨ, ਪਾਵਨ ਬਾਣੀ ਵਿੱਚ ਸਤਿਗੁਰਾਂ ਦਾ ਬਚਨ ਹੈ ਕਿ ਸੁਣਿਆ ਮੁਖ ਸਲਾਹਣ ਮੰਦ। ਪਰਮਾਤਮਾ ਦਾ ਨਾਮ ਸੁਣਨ ਦੇ ਨਾਲ, ਗੁਰੂ ਦਾ ਜਸ ਸੁਣਨ ਦੇ ਨਾਲ ਕੋਝੇ ਤੇ ਕਰੂਪ ਮਨੁੱਖਾਂ ਦੇ ਮੁਖ ਵੀ ਸਲਾਹਣਯੋਗ ਹੋ ਜਾਂਦੇ ਹਨ। ਵਾਹਿਗੁਰੂ ਜੀ ਦੀ ਸਲਾਹਤਾ ਕਰਨ ਦੇ ਨਾਲ ਸਾਡੇ ਮਨਮੁਖ ਵੀ ਸਲਾਹਣ ਯੋਗ ਹੁੰਦੇ ਹਨ, ਸੁੰਦਰ ਬਣ ਜਾਂਦੇ ਹਨ। ਜਿਸ ਤਰ੍ਹਾਂ ਪ੍ਰੇਮੀ ਕੋੜਾ ਗੁਰੂ ਜੀ ਦੀ ਬਾਣੀ ਸੁਣ ਕੇ ਇੱਕ ਸੁੰਦਰ ਨੌਜਵਾਨ ਬਣ ਗਿਆ ਅਤੇ ਮੁਰਾਰੀ ਨਾਮ ਨਾਲ ਜਾਣਿਆ ਗਿਆ। ਉਸਨੇ ਗੁਰੂ ਜੀ ਕੋਲੋਂ ਮੰਜੀ ਪ੍ਰਾਪਤ ਕੀਤੀ ਅਤੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ।
ਗੁਰੂ ਜੀ ਦੇ ਬਚਨਾਂ ਅਨੁਸਾਰ ਲੋਕ ਅੱਜ ਵੀ ਮੱਥੋ ਮਰਾਰੀ ਦਾ ਨਾਮ ਜਪ ਕੇ ਆਪਣੇ ਦੁੱਖ ਦੂਰ ਕਰਦੇ ਹਨ। ਜਿਸ ਦੇ ਦੁੱਖਾਂ ਦਾ ਕੋਈ ਵੀ ਅੰਤ ਨਾ ਹੋਵੇ, ਅਗਰ ਉਹ ਮਨੁੱਖ ਸਵੇਰੇ ਉੱਠ ਕੇ ਮੱਥੋ ਮਰਾਰੀ ਦਾ ਨਾਮ ਲਵੇ, ਉਸ ਦਾ ਮੱਥੋ ਮਰਾਰੀ ਨਾਮ ਦਾ ਜਾਪ ਜਪੇ, ਤਾਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਜੀਵਾਂ ਦੇ ਉੱਪਰ, ਮਨੁੱਖ ਦੇ ਉੱਪਰ ਮਿਹਰ ਕਰਦੇ ਹਨ। ਇਸ ਤਰ੍ਹਾਂ ਮਨੁੱਖ ਸੁੰਦਰ ਬਣ ਜਾਂਦਾ ਹੈ, ਮਨ ਕਰਕੇ ਵੀ ਸੁੰਦਰ ਹੋ ਜਾਂਦਾ ਹੈ, ਸਰੀਰ ਕਰਕੇ ਵੀ ਸੁੰਦਰ ਹੋ ਜਾਂਦਾ ਹੈ, ਸਾਰਿਆਂ ਦੇ ਮਨ ਨੂੰ ਮੋਹ ਲੈਣ ਵਾਲਾ ਹੋ ਜਾਂਦਾ ਹੈ, ਸਾਰਿਆਂ ਦੇ ਮਨ ਨੂੰ ਚੰਗਾ ਲੱਗਣ ਵਾਲਾ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਹੁਣ ਆਪਾਂ ਪ੍ਰਮਾਣ ਲਿਆ ਸੀਗਾ ਸੁੰਦਰ ਚਤਰ ਤਤ ਕਾ ਬੇਤਾ, ਇਸ ਦੇ ਵਿੱਚੋਂ ਸੁੰਦਰਤਾ ਦੀ ਗੱਲ ਕੀਤੀ ਹੈ। ਹੁਣ ਆਪਾਂ ਦੂਜੇ ਤਰ੍ਹਾਂ ਦੇ ਬਚਨ ਦੀ, ਦੂਜੇ ਮਨੁੱਖ ਦੀ ਗੱਲ ਕਰਦੇ ਹਾਂ ਕਿ ਗੁਰੂ ਜੀ ਦੇ ਬਚਨ ਸੁਣ ਕੇ, ਗੁਰੂ ਜੀ ਦੀ ਬਾਣੀ ਪੜ੍ਹ ਕੇ, ਗੁਰੂ ਜੀ ਦੇ ਬਚਨਾਂ ਨੂੰ ਮੰਨ ਕੇ, ਉਸ ਦੇ ਉੱਪਰ ਚੱਲ ਕੇ ਮਨੁੱਖ ਚਤਰ ਕਿਵੇਂ ਹੋ ਜਾਂਦਾ ਹੈ। ਸੋ ਚਤਰ ਦਾ ਪ੍ਰਮਾਣ ਅਸੀਂ ਇੱਕ ਬਾਘ ਤੋਂ ਲੈਂਦੇ ਹਾਂ, ਜਿਹਨੂੰ ਚੀਤਾ ਕਹਿੰਦੇ ਆ। ਬਾਘ, ਚੀਤਾ, ਸ਼ੇਰ ਹੋਰ ਹੁੰਦਾ। ਸੋ ਉਸ ਦਾ ਪ੍ਰਮਾਣ ਲੈਂਦੇ ਹਾਂ ਅਸੀਂ ਕਿ ਮਨੁੱਖ ਚਤਰ ਕਿਵੇਂ ਹੋ ਜਾਂਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਇੱਕ ਬਘਿਆੜ ਚਤਰ ਭਾਵ ਸੂਝਵਾਨ ਹੋ ਗਿਆ ਸੀ ਅਤੇ ਇੱਕ ਪਾਪੀ ਪੁਰਸ਼ ਦੀ ਮ੍ਰਿਤਕ ਦੇਹ ਨੂੰ ਨਹੀਂ ਖਾਧਾ ਸੀ। ਇੱਕ ਵਾਰ ਦੀ ਗਾਥਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਜੰਗਲ ਵਿੱਚ ਰਾਤ ਦਾ ਆਰਾਮ ਕੀਤਾ ਅਤੇ ਅੰਮ੍ਰਿਤ ਵੇਲੇ ਨਾਲ ਹੀ ਭਾਈ ਮਰਦਾਨੇ ਸਹਿਤ ਬਾਣੀ ਦਾ ਰਸ ਭਿੰਨਾ ਕੀਰਤਨ ਆਰੰਭ ਕਰ ਦਿੱਤਾ। ਕੀਰਤਨ ਕਰਦਿਆਂ ਜਦ ਪੌ ਫਟਾਲਾ ਹੋਇਆ ਤਾਂ ਮਰਦਾਨੇ ਦੀਆਂ ਥੋੜੀਆਂ ਅੱਖਾਂ ਖੁੱਲੀਆਂ। ਉਸਨੇ ਕੀ ਦੇਖਿਆ ਕਿ ਉਹਨਾਂ ਤੋਂ ਥੋੜੀ ਦੂਰੀ ਉੱਤੇ ਇੱਕ ਮਰੇ ਹੋਏ ਮਨੁੱਖ ਦੀ ਲਾਸ਼ ਪਈ ਹੈ। ਜਦੋਂ ਰਾਤ ਨੂੰ ਹਨੇਰੇ ਵੇਲੇ ਆਈ ਸੀ, ਇਸ ਲਈ ਉਹਨਾਂ ਨੇ ਸ਼ਾਇਦ ਇਸ ਨੂੰ ਦੇਖਿਆ ਨਹੀਂ ਸੀ। ਭਾਈ ਮਰਦਾਨਾ ਹਾਲੀ ਮਨ ਵਿੱਚ ਸੋਚ ਹੀ ਰਹੇ ਸਨ ਕਿ ਉਹਨਾਂ ਨੇ ਇੱਕ ਬਘਿਆੜ ਨੂੰ ਆਪਣੇ ਵੱਲ ਆਉਂਦਾ ਹੋਇਆ ਦੇਖਿਆ। ਇੱਕ ਵਾਰ ਤਾਂ ਭਾਈ ਮਰਦਾਨਾ ਜੀ ਡਰ ਗਏ, ਪਰ ਫਿਰ ਉਹਨਾਂ ਨੇ ਦੇਖਿਆ ਕਿ ਉਹ ਬਾਘ ਉਸ ਮੁਰਦਾ ਸਰੀਰ ਕੋਲ ਰੁਕ ਗਿਆ। ਬਾਘ ਨੇ ਉਸ ਮੁਰਦੇ ਸਰੀਰ ਨੂੰ ਸੁੰਘਿਆ ਤੇ ਵਾਪਸ ਚਲਿਆ ਗਿਆ। ਥੋੜੀ ਦੇਰ ਬਾਅਦ ਫਿਰ ਉਹ ਵਾਪਸ ਆ ਗਿਆ ਅਤੇ ਮੁਰਦੇ ਦੇ ਪੈਰ ਸੁੰਘੇ ਤੇ ਚਲਾ ਗਿਆ। ਲੱਗਦਾ ਸੀ ਉਸ ਨੂੰ ਭੁੱਖ ਲੱਗੀ ਸੀ, ਇਸ ਕਰਕੇ ਉਹ ਦੁਬਾਰਾ ਫਿਰ ਵਾਪਸ ਆ ਗਿਆ ਸੀ ਅਤੇ ਆ ਕੇ ਉਸ ਮੁਰਦੇ ਦੇ ਹੱਥ ਤੇ ਉਸ ਦਾ ਸਿਰ ਸੁੰਘਿਆ ਅਤੇ ਫਿਰ ਉਹ ਉਸ ਨੂੰ ਬਿਨਾਂ ਖਾਧਿਆਂ ਹੀ ਵਾਪਸ ਚਲਿਆ ਗਿਆ। ਫਿਰ ਉਹ ਵਾਪਸ ਨਾ ਆਇਆ। ਭਾਈ ਮਰਦਾਨਾ ਜੀ ਇਹ ਸਾਰਾ ਕੁਝ ਦੇਖ ਰਹੇ ਸਨ, ਪਰ ਗੁਰੂ ਨਾਨਕ ਦੇਵ ਜੀ ਸਮਾਧੀ ਵਿੱਚ ਲੀਨ ਸਨ। ਜਦੋਂ ਕੀਰਤਨ ਦੀ ਸਮਾਪਤੀ ਹੋਈ ਅਤੇ ਗੁਰੂ ਜੀ ਸਮਾਧੀ ਤੋਂ ਉਪਰਾਮ ਹੋਏ ਤਾਂ ਉਸਨੇ ਗੁਰੂ ਜੀ ਤੋਂ ਪੁੱਛਿਆ, ਹੇ ਸਤਿਗੁਰੂ ਜੀ, ਮੈਂ ਕੀਰਤਨ ਕਰਦਿਆਂ ਦੇਖਿਆ ਕਿ ਇੱਕ ਬਾਘ ਇੱਥੇ ਮੁਰਦੇ ਕੋਲ ਆਇਆ ਸੀ, ਪਰ ਮੈਂ ਹੈਰਾਨ ਹਾਂ ਕਿ ਉਸਨੇ ਇਸ ਮੁਰਦੇ ਨੂੰ ਖਾਧਾ ਨਹੀਂ। ਉਹ 2-3 ਵਾਰ ਆਇਆ ਤੇ ਚਲਾ ਗਿਆ। ਲੱਗਦਾ ਸੀ ਕਿ ਉਸ ਨੂੰ ਭੁੱਖ ਲੱਗੀ ਸੀ, ਪਰ ਸਰੀਰ ਦੇ ਸਾਰੇ ਅੰਗਾਂ ਨੂੰ ਸੁੰਘ ਕੇ ਵਾਪਸ ਚਲਾ ਗਿਆ। ਖਾਧਾ ਕਿਉਂ ਨਹੀਂ? ਗੁਰੂ ਜੀ ਨੇ ਕਿਹਾ, ਮਰਦਾਨਿਆ, ਉਸ ਦੇ ਕੰਨਾਂ ਨੇ ਰੱਬੀ ਬਾਣੀ ਦਾ ਕੀਰਤਨ ਸੁਣ ਲਿਆ ਸੀ ਅਤੇ ਕੰਨਾਂ ਰਾਹੀਂ ਨਾਮ ਉਸ ਦੇ ਹਿਰਦੇ ਵਿੱਚ ਵਾਸਾ ਕਰ ਗਿਆ। ਪ੍ਰਭੂ ਦੇ ਨਾਮ ਨੇ ਉਸ ਦੀ ਆਤਮਾ ਨੂੰ ਪਵਿੱਤਰ ਬਣਾ ਦਿੱਤਾ। ਉਸਨੇ ਇਸ ਮੁਰਦੇ ਨੂੰ ਇਸ ਕਰਕੇ ਨਹੀਂ ਖਾਧਾ ਕਿਉਂਕਿ ਇਸ ਮੁਰਦੇ ਸਰੀਰ ਵਾਲੇ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ। ਉਸਨੇ ਇਸ ਦਾ ਸਰੀਰ ਤੇ ਹੱਥ ਪੈਰ ਇਸ ਕਰਕੇ ਸੁੰਘੇ ਸਨ ਕਿ ਸ਼ਾਇਦ ਇਸਨੇ ਕਦੇ ਆਪਣੇ ਇਸ਼ਟ ਦੇਵ ਅੱਗੇ ਸਿਰ ਨਵਾਇਆ ਹੋਵੇ, ਆਪਣੇ ਗੁਰੂ ਨੂੰ ਮੱਥਾ ਟੇਕਿਆ ਹੋਵੇ, ਕਦੇ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਗਿਆ ਹੋਵੇ, ਹੱਥਾਂ ਨੇ ਕਿਸੇ ਸਾਧੂ ਸੰਤ ਦੀ ਸੇਵਾ ਕੀਤੀ ਹੋਵੇ, ਪਰ ਇਸ ਮਰੇ ਹੋਏ ਮਨੁੱਖ ਨੇ ਜਿਉਂਦੇ ਜੀ ਇਹੋ ਜਿਹਾ ਕੋਈ ਵੀ ਨੇਕੀ ਵਾਲਾ ਕੰਮ ਨਹੀਂ ਕੀਤਾ। ਇਸ ਲਈ ਉਸ ਬਾਘ ਨੇ ਸੋਚਿਆ ਕਿ ਮੁਸ਼ਕਲ ਦੇ ਨਾਲ ਤਾਂ ਮੈਂ ਰੱਬੀ ਬਾਣੀ ਸੁਣ ਕੇ ਪਵਿੱਤਰ ਹੋਇਆ ਹਾਂ, ਮੇਰਾ ਜੀਵਨ ਸਫਲ ਹੋਇਆ ਹੈ।
ਹੁਣ ਇਸ ਪਾਪੀ ਪੁਰਸ਼ ਦੇ ਸਰੀਰ ਨੂੰ ਖਾ ਕੇ ਦੁਬਾਰਾ ਤੋਂ ਫੇਰ ਉਹ ਜਿਹਾ ਨਾ ਹੋ ਜਾਵਾਂ, ਇਸ ਲਈ ਉਸਨੇ ਇਸ ਮੁਰਦੇ ਨੂੰ ਨਹੀਂ ਖਾਧਾ। ਉਸਦੇ ਉੱਪਰ ਕਰਤਾਰ ਦੀ ਮਿਹਰ ਹੋ ਗਈ ਹੈ ਅਤੇ ਹੁਣ ਉਹ ਜੀਵਨ ਮੁਕਤ ਹੋ ਗਿਆ ਅਤੇ ਫਿਰ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਵੇਗਾ। ਸੋ ਸੰਗਤ ਜੀ, ਇਸ ਤਰ੍ਹਾਂ ਮਨੁੱਖ ਵੀ ਤੇ ਪਸ਼ੂ ਪੰਛੀ ਵੀ ਗੁਰੂ ਜੀ ਦੀ ਬਾਣੀ ਸੁਣ ਕੇ ਚਤਰ ਤੇ ਸਿਆਣੇ ਹੋ ਜਾਂਦੇ ਹਨ ਅਤੇ ਬਾਣੀ ਵਿੱਚ ਦਿੱਤੀ ਗੁਰੂ ਜੀ ਦੀ ਸੋਝੀ ਕਰਕੇ ਵਿਕਾਰਾਂ ਅਤੇ ਪਾਪਾਂ ਤੋਂ ਬਚ ਜਾਂਦੇ ਹਨ। ਇੱਥੇ ਇਸ ਤਰ੍ਹਾਂ ਵੀ ਆਪਾਂ ਯਾਦ ਕਰੀਏ ਕਿ ਜਿਵੇਂ 8ਵੇਂ ਪਾਤਸ਼ਾਹ ਜੀ ਵੱਲੋਂ ਗੂੰਗੇ ਨੂੰ ਗਿਆਨ ਕਰਾਉਣ ਦਾ ਪ੍ਰਮਾਣ ਵੀ ਅਸੀਂ ਸਮਝ ਸਕਦੇ ਹਾਂ ਕਿ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 8ਵੇਂ ਪਾਤਸ਼ਾਹ ਨੇ ਇੱਕ ਗੂੰਗੇ ਨੂੰ, ਅਨਪੜ੍ਹ ਤੇ ਅਗਿਆਨੀ ਪੁਰਸ਼ ਨੂੰ ਉਸ ਦੇ ਸਿਰ ਉੱਤੇ ਛੜੀ ਰੱਖ ਕੇ ਮਿਹਰ ਭਰੀ ਛੜੀ ਦੇ ਰਾਹੀਂ ਉਸ ਦੇ ਅੰਦਰ ਆਪਣੀ ਦਇਆ ਵਰਸਾ ਦਿੱਤੀ ਤੇ ਉਸ ਗੂੰਗੇ ਅਤੇ ਅਨਪੜ੍ਹ ਮਨੁੱਖ ਨੇ ਗੀਤਾ ਦੇ ਅਰਥ ਕਰ ਦਿੱਤੇ। ਸੋ ਹੁਣ ਆਪਾਂ ਚਤਰ ਦੀ ਗੱਲ ਕੀਤੀ ਸੀ। ਸੋ ਪੰਗਤੀ ਕਿਹੜੀ ਹੈ? ਸੁੰਦਰ ਚਤਰ ਤਤ ਕਾ ਬੇਤਾ। ਦੋ ਪ੍ਰਮਾਣ ਆਪਾਂ ਲੈ ਲਏ, ਸੁੰਦਰ ਦੇ ਤੇ ਚਤਰ ਦੇ। ਹੁਣ ਆਪਾਂ ਚੌਥਾ ਪ੍ਰਮਾਣ ਲੈਂਦੇ ਹਾਂ ਤਤ ਕਾ ਬੇਤਾ ਦਾ। ਸੋ ਤਤ ਕਾ ਬੇਤਾ ਦਾ ਪ੍ਰਮਾਣ ਲਵਾਂਗੇ ਅਸੀਂ ਸ੍ਰੀ ਕ੍ਰਿਸ਼ਨ ਜੀ ਅਤੇ ਅਰਜੁਨ ਦੇ ਜੀਵਨ ਤੋਂ। ਇੱਕ ਵਾਰ ਸ੍ਰੀ ਕ੍ਰਿਸ਼ਨ ਜੀ ਅਤੇ ਅਰਜੁਨ ਸ਼ਹਿਰ ਤੋਂ ਦੂਰ ਰਥ ਉੱਤੇ ਚੜ੍ਹੇ ਜਾ ਰਹੇ ਸਨ ਅਤੇ ਕ੍ਰਿਸ਼ਨ ਜੀ ਰਥ ਚਲਾ ਰਹੇ ਸਨ। ਚਲਦੇ ਚਲਦੇ ਅਰਜੁਨ ਨੇ ਪੁੱਛਿਆ, ਹੇ ਪ੍ਰਭੂ, ਤੁਸੀਂ ਮੈਨੂੰ ਰਾਮ ਦੇ ਨਾਮ ਸੁਣਨ ਦਾ ਫਲ ਮਹਾਤਮ ਦੱਸੋ ਕਿ ਰਾਮ ਦਾ ਨਾਮ ਸੁਣਨ ਦੇ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ, ਠੀਕ ਹੈ ਅਰਜੁਨ, ਅੱਗੇ ਚੱਲ ਕੇ ਦੱਸਦੇ ਹਾਂ। ਥੋੜਾ ਅੱਗੇ ਜਾ ਕੇ ਕ੍ਰਿਸ਼ਨ ਜੀ ਨੇ ਇੱਕ ਦਰਖਤ ਦੇ ਕੋਲ ਆਪਣੇ ਰਥ ਨੂੰ ਰੋਕ ਲਿਆ ਅਤੇ ਅਰਜੁਨ ਨੂੰ ਆਖਿਆ, ਹੇ ਅਰਜੁਨ, ਇਹ ਦਰਖਤ ਦੇਖ ਰਹੇ ਹੋ ਨਾ, ਇਸ ਦੇ ਉੱਤੇ ਉਹ ਸਾਹਮਣੇ ਚਿੜੀ ਦਾ ਇੱਕ ਆਲਣਾ ਅਤੇ ਉਸ ਦੇ ਵਿੱਚ ਇੱਕ ਆਂਡਾ ਪਿਆ ਹੋਇਆ। ਤੇਰੇ ਸਵਾਲ ਦਾ ਜਵਾਬ ਉਹ ਆਂਡਾ ਦੇਵੇਗਾ। ਅਰਜੁਨ ਨੇ ਕਿਹਾ, ਹੇ ਪ੍ਰਭੂ, ਭਲਾ ਆਂਡਾ ਕਿਵੇਂ ਜਵਾਬ ਦੇਵੇਗਾ? ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ, ਤੂੰ ਜਾ ਤਾਂ ਸਹੀ, ਉਸ ਆਂਡੇ ਦੇ ਕੋਲ ਜਾ ਕੇ ਤੂੰ ਇਸ ਤਰ੍ਹਾਂ ਕਹੀਂ ਕਿ हे अंडे, मुझे राम राम जपने का फल बताओ, मुझे राम राम जपने का फल बताओ। जद अर्जुन ने दरख्त उत्ते चढ़ के आंडे कोल जाके कहा, हे अंडे, मुझे राम राम जपने का फल बताओ। ਇਹ ਸੁਣ ਕੇ, ਇਹ ਸੁਣਦੇ ਸਾਰ ਹੀ ਆਂਡਾ ਹਿੱਲਣ ਲੱਗ ਪਿਆ, ਬਬਲਿੰਗ ਕਰਨ ਲੱਗ ਪਿਆ, ਸ਼ਿਵਰਿੰਗ ਹੋਣ ਲੱਗੀ ਉਸ ਆਂਡੇ ਦੀ, ਹਿੱਲਣ ਲੱਗਿਆ ਅਤੇ ਆਲਣੇ ਵਿੱਚੋਂ ਬਾਹਰ ਡਿੱਗ ਕੇ ਟੁੱਟ ਗਿਆ। ਜਦੋਂ ਬੁੜਕਿਆ, ਬਬਲਿੰਗ ਕੀਤੀ ਆਂਡੇ ਨੇ ਆਲਣੇ ਵਿੱਚ, ਤਾਂ ਉਹ ਇੰਨਾ ਹੀ ਬਬਲਿੰਗ ਕੀਤੀ, ਇੰਨਾ ਬੁੜਕਿਆ ਕਿ ਉਹ ਆਲਣੇ ਦੇ ਵਿੱਚੋਂ ਬਾਹਰ ਡਿੱਗ ਪਿਆ ਤੇ ਧਰਤੀ ਤੇ ਡਿੱਗਦਿਆਂ ਸਾਰ ਟੁੱਟ ਗਿਆ। ਅਰਜੁਨ ਥੱਲੇ ਆ ਗਿਆ ਅਤੇ ਰੱਥ ਵਿੱਚ ਬੈਠ ਗਿਆ। ਸ੍ਰੀ ਕ੍ਰਿਸ਼ਨ ਜੀ ਨੇ ਪੁੱਛਿਆ, ਕਿਉਂ ਅਰਜੁਨ, ਜਵਾਬ ਮਿਲਿਆ? ਅਰਜੁਨ ਨੇ ਕਿਹਾ, ਹੈ ਪ੍ਰਭੂ, ਬੜੀ ਮੁਸ਼ਕਲ ਨਾਲ ਪੇੜ ਦੇ ਉੱਤੇ ਚੜਿਆ ਸੀ, ਜਵਾਬ ਤਾਂ ਕੀ ਮਿਲਣਾ ਸੀ, ਉਲਟਾ ਪਾਪ ਹੀ ਹੋ ਗਿਆ। ਮੇਰੀ ਗੱਲ ਸੁਣ ਕੇ ਆਂਡਾ ਹਿੱਲਣ ਲੱਗਿਆ ਅਤੇ ਥੱਲੇ ਡਿੱਗ ਕੇ ਟੁੱਟ ਗਿਆ। ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ, ਕੋਈ ਗੱਲ ਨਹੀਂ। ਇਹ ਕਹਿ ਕੇ
ਕ੍ਰਿਸ਼ਨ ਜੀ ਨੇ ਫੇਰ ਰੱਥ ਅੱਗੇ ਤੋਰ ਲਿਆ ਅਤੇ ਥੋੜੀ ਦੂਰ ਜਾ ਕੇ ਕ੍ਰਿਸ਼ਨ ਜੀ ਨੇ ਫੇਰ ਆਪਣਾ ਰੱਥ ਰੋਕ ਲਿਆ ਅਤੇ ਅਰਜੁਨ ਨੂੰ ਕਿਹਾ, ਹੇ ਅਰਜੁਨ, ਉਹ ਗਊ ਦੇਖ ਰਹੇ ਹੋ ਨਾ, ਜਿਸ ਨੇ ਹੁਣੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਜਿਸ ਵਛੜੇ ਨੂੰ ਉਹ ਪਿਆਰ ਨਾਲ ਚੱਟ ਰਹੀ ਹੈ, ਉਹ ਵਛੜਾ ਹੀ ਤੈਨੂੰ ਤੇਰੀ ਗੱਲ ਦਾ ਜਵਾਬ ਦੇਵੇਗਾ। ਤੂੰ ਇਸ ਵਛੜੇ ਦੇ ਕੰਨ ਵਿੱਚ ਉਹੀ ਸਵਾਲ ਕਰਨਾ ਹੈ ਜੋ ਪਿੱਛੇ ਆਂਡੇ ਨੂੰ ਕੀਤਾ ਸੀ। ਸ਼੍ਰੀ ਕ੍ਰਿਸ਼ਨ ਜੀ ਦਾ ਹੁਕਮ ਮੰਨ ਕੇ ਅਰਜੁਨ ਉਸ ਵਛੜੇ ਕੋਲ ਗਿਆ ਅਤੇ ਉਸ ਦੇ ਕੰਨ ਵਿੱਚ ਆਪਣਾ ਸਵਾਲ ਕੀਤਾ, ਕਿਹਾ, हे वछड़े, मुझे राम राम जपने का फल बताओ, मुझे राम राम जपने का फल बताओ। ਇਹ ਗੱਲ ਸੁਣਦੇ ਸਾਰ ਹੀ ਉਹ ਵਛੜਾ ਤੜਫਣ ਲੱਗਿਆ, ਲੱਤਾਂ ਬਾਹਾਂ ਮਾਰਨ ਲੱਗਿਆ। ਦੇਖਦੇ ਦੇਖਦੇ ਹੀ ਉਸ ਵਛੜੇ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਇਹ ਦੇਖ ਕੇ ਅਰਜੁਨ ਬਹੁਤ ਪਰੇਸ਼ਾਨ ਤੇ ਦੁਖੀ ਹੋਇਆ ਅਤੇ ਵਾਪਸ ਆ ਕੇ ਰੱਥ ਵਿੱਚ ਬੈਠ ਗਿਆ। ਕ੍ਰਿਸ਼ਨ ਜੀ ਨੇ ਪੁੱਛਿਆ ਕਿ ਹੇ ਅਰਜੁਨ, ਤੈਨੂੰ ਜਵਾਬ ਮਿਲਿਆ? ਅਰਜੁਨ ਨੇ ਬਹੁਤ ਦੁਖੀ ਹੋ ਕੇ ਆਖਿਆ, ਹੇ ਪ੍ਰਭੂ, ਜਵਾਬ ਕੀ ਮਿਲਣਾ ਸੀ, ਉਲਟਾ ਮੇਰੇ ਕੋਲੋਂ ਫੇਰ ਪਾਪ ਹੋ ਗਿਆ, ਬਲਕਿ ਗਊ ਹੱਤਿਆ ਦਾ ਪਾਪ ਲੱਗ ਗਿਆ ਮੈਨੂੰ। मेरे बोलने से गाय का बछड़ा मर गया। श्री कृष्ण जी ने कहा, कोई बात नहीं, आगे चलते हैं। आगे जाके एक शहर आया ਅਤੇ ਕ੍ਰਿਸ਼ਨ ਜੀ ਨੇ ਸ਼ਹਿਰ ਤੋਂ ਬਾਹਰ ਹੀ ਰੱਥ ਰੋਕ ਲਿਆ। ਫਿਰ ਅਰਜੁਨ ਨੂੰ ਆਖਿਆ, ਹੇ ਅਰਜੁਨ, ਇਸ ਸ਼ਹਿਰ ਵਿੱਚੋਂ ਤੈਨੂੰ ਤੇਰੇ ਸਵਾਲ ਦਾ ਜਵਾਬ ਜ਼ਰੂਰ ਮਿਲੇਗਾ। ਅਰਜੁਨ ਨੇ ਕਿਹਾ, ਹੈ ਪ੍ਰਭੂ, वो कैसे? श्री कृष्ण जी ने कहा, इस शहर के राजा के घर अभी अभी एक बच्चा पैदा होने वाला है। वो जन्म लेते ही तेरे सवाल का जवाब देवेगा। अर्जुन ने कहा, हे प्रभु, पिछे ਤਾਂ ਅਸੀਂ ਬਚ ਗਏ, ਕਿਉਂਕਿ ਨਾ ਤਾਂ ਆਂਡੇ ਦਾ ਕੋਈ ਵਾਰਸ ਸੀ ਅਤੇ ਨਾ ਹੀ ਗਊ ਦਾ ਕੋਈ ਵਾਰਸ ਸੀ। ਇਸ ਵਾਸਤੇ ਸਾਨੂੰ ਕਿਸੇ ਨੇ ਮਾਰਿਆ ਨਹੀਂ, ਕੁਝ ਆਖਿਆ ਨਹੀਂ। ਲੇਕਿਨ ਇੱਥੇ ਤੇ ਰਾਜੇ ਦੇ ਪੁੱਤਰ ਦੀ ਗੱਲ ਹੈ। ਜੇਕਰ ਸਵਾਲ ਪੁੱਛਦਿਆਂ ਸਾਰ ਹੀ ਉਸ ਰਾਜੇ ਦਾ ਪੁੱਤਰ ਮਰ ਗਿਆ ਤਾਂ ਰਾਜੇ ਨੇ ਮੈਨੂੰ ਜਾਨੋਂ ਮਾਰ ਦੇਣਾ। श्री कृष्ण जी ने कहा, अर्जुन, ऐसा कुछ नहीं होगा, तुम जल्दी जाओ और अपना सवाल पूछो। परंतु आपने देरी कर दी तो वो बालक आपका जवाब दिए बगैर ही मर जाएगा। अर्जुन ने श्री कृष्ण जी की गल मान ली ਅਤੇ ਸ਼ਹਿਰ ਦੇ ਅੰਦਰ ਗਿਆ ਅਤੇ ਰਾਜੇ ਦੇ ਮਹਿਲਾਂ ਅੱਗੇ ਜਾ ਕੇ ਸੰਤਰੀ ਨੂੰ ਆਖਿਆ, ਮੇਰਾ ਨਾਮ ਅਰਜੁਨ ਹੈ ਅਤੇ ਮੈਂ ਹਸਤਨਾਪੁਰ ਤੋਂ ਆਇਆ ਅਤੇ ਮੈਂ ਹੁਣੇ ਹੀ ਰਾਜੇ ਨੂੰ ਮਿਲਣਾ ਹੈ। ਸੰਤਰੀ ਨੇ ਰਾਜੇ ਨੂੰ ਸਾਰੀ ਗੱਲ ਦੱਸੀ ਤਾਂ ਰਾਜੇ ਨੇ ਤੁਰੰਤ ਹੀ ਅਰਜੁਨ ਨੂੰ ਅੰਦਰ ਬੁਲਾ ਲਿਆ ਅਤੇ ਆਦਰ ਸਹਿਤ ਬਿਠਾ ਕੇ ਆਉਣ ਦਾ ਕਾਰਨ ਪੁੱਛਿਆ। ਅਰਜੁਨ ਨੇ ਦੱਸਿਆ ਕਿ ਮੇਰੇ ਸਾਥ ਸ਼੍ਰੀ ਕ੍ਰਿਸ਼ਨ ਜੀ ਵੀ ਆਏ ਹੈ ਅਤੇ ਉਹ ਸ਼ਹਿਰ ਤੋਂ ਬਾਹਰ ਖੜੇ ਹਨ। ਮੈਨੂੰ ਉਹਨਾਂ ਨੇ ਇੱਥੇ ਇਸ ਵਾਸਤੇ ਭੇਜਿਆ ਕਿ ਤੁਹਾਡੇ ਘਰ ਜੋ ਹੁਣੇ ਬੱਚਾ ਪੈਦਾ ਹੋਣ ਵਾਲਾ ਹੈ, ਮੈਂ ਉਸ ਨੂੰ ਇੱਕ ਸਵਾਲ ਕਰਨਾ ਹੈ ਅਤੇ ਉਹ ਜਨਮ ਲੈਂਦਿਆਂ ਸਾਰ ਹੀ ਮੇਰੀ ਗੱਲ ਦਾ ਜਵਾਬ ਦੇਵੇਗਾ।
ਇਹ ਸੁਣ ਕੇ ਰਾਜਾ ਬਹੁਤ ਹੈਰਾਨ ਹੋਇਆ ਕਿ ਜਨਮ ਲੈਣ ਵਾਲਾ ਬੱਚਾ ਤੁਰੰਤ ਕਿਵੇਂ ਬੋਲੇਗਾ। ਫਿਰ ਉਸਨੇ ਸੋਚਿਆ ਕਿ ਜੇ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ ਤਾਂ ਸੱਚੀ ਗੱਲ ਹੀ ਹੋਵੇਗੀ। ਇਤਨੀ ਦੇਰ ਤੱਕ ਦਾਈ ਨੇ ਆ ਕੇ ਵਧਾਈ ਦਿੱਤੀ ਅਤੇ ਆਖਿਆ, आपके घर बेटा पैदा हुआ है। ਰਾਜਾ ਅਰਜੁਨ ਨੂੰ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਬੱਚੇ ਨੇ ਹੁਣੇ-ਹੁਣੇ ਜਨਮ ਲਿਆ ਸੀ। ਅਰਜੁਨ ਨੇ ਉਸ ਬੱਚੇ ਦੇ ਕੰਨ ਕੋਲ ਮੂੰਹ ਕਰਕੇ ਆਖਿਆ, हे बालक, मुझे राम राम जपने का फल बताओ, मुझे राम राम जपने का फल बताओ। ਇਹ ਬਾਤ ਸੁਣਦੇ ਸਾਰ ਹੀ ਉਸ ਬੱਚੇ ਦੀਆਂ ਅੱਖਾਂ ਬਾਹਰ ਨੂੰ ਆਉਣ ਲੱਗੀਆਂ ਅਤੇ ਉਹ ਬੱਚਾ ਵਿਆਕੁਲ ਹੋਣ ਲੱਗਾ, ਲੱਤਾਂ ਬਾਹਾਂ ਮਾਰਨ ਲੱਗਾ, ਤੰਗ ਹੋਣ ਲੱਗਾ। ਬੱਚੇ ਦੀ ਇਹ ਹਾਲਤ ਦੇਖ ਕੇ ਰਾਜਾ ਤੇ ਰਾਣੀ ਬਹੁਤ ਡਰ ਗਏ ਅਤੇ ਦੁਖੀ ਹੋਣ ਲੱਗੇ। ਰਾਜੇ ਨੇ ਕਿਹਾ, हे अर्जुन, तुमने बच्चे के कान में ये क्या कह दिया जिसे सुनकर हमारा बच्चा तड़पने लगा है। इन्ने विच ही उस बच्चे की आवाज आउण लगी। उस बच्चे ने आख्या, हे अर्जुन, तू मूर्ख है, अभी तक तुझे इस बात की समझ नहीं पड़ी कि राम राम जपने से या राम राम सुनने से क्या फल प्राप्त होता है। अर्जुन ने कहा, हाँ बालक, अभी तक मुझे समझ नहीं पड़ी कि राम राम जपने से क्या फल मिलता है, और जिसको मैं ये सवाल करता हूँ वही प्राण त्याग जाता है, वही मर जाता है। मेरी समझ में नहीं आ रहा कि ये सब क्या हो रहा है। उस बालक ने दस्या कि हे अर्जुन, जब मेरे प्राण एक अंडे में थे तो उस समय तूने मेरे पास आके 2 बार राम राम कहा और मैंने सुना। जैसे ही तूने कहा, हे बालक, मुझे राम राम जपने का फल बताओ, जैसे तुमने अभी कहा कि हे बालक, मुझे राम राम जपने का फल बताओ। इस बात में 2 बार राम का नाम आता है। जब मेरी आत्मा ने 2 बार राम का नाम सुना तो ईश्वर ने मेरे ऊपर कृपा करी और मेरा पूरा जन्म सफल हो गया और मेरा चिड़िया वाला जन्म छूट गया। और भगवान ने मेरे ऊपर एक और मेहरबानी की कि मुझे गाय के पेट में रहने वाले दुख से भी बचा लिया। मुझे गाय के पेट में रहने वाले दुख से भी बचा लिया। मेरे प्राण अंडे से निकालकर उसी समय एक गाय एक बछड़े को जन्म दे रही थी, तो ईश्वर ने मेरे प्राण उस बछड़े में डाल दिए। तो मैंने अभी जन्म ही लिया था कि भगवान श्री कृष्ण जी ने दया करके तुझे मेरे पास भेज दिया और तूने फिर मुझे 2 बार राम राम सुना दिया। तो उसी वक्त मेरी गाय वाली जूनी भी छूट गई। 4 बार राम राम सुनने से मैं 84 लाख जूनी से छूट गया और फिर मुझे एकदम मानुषा जन्म मिल गया। इस मानुषा जन्म में मैं अभी जन्म लिया। ऐसे मुझे 9 महीने
माँ के पेट में रहने का सेक भी नहीं झेलना पड़ा, माँ के पेट में रहने का दुख भी नहीं उठाना पड़ा। तो मैंने झट से इधर जन्म ले लिया, मेरे प्राण इस बच्चे के शरीर में आ गए। अब फिर तूने आके मुझे 2 बार राम राम सुना दिया और अब मेरी मानुख जूनी भी छूट गई है और अब मैं मोक्ष को प्राप्त हो गया हूं। सो हे अर्जुन, राम का नाम सुनने से जीव को मोक्ष प्राप्त होती है और जीवन के रहते हुए वो संसार के दुखों से भी बचा रहता है। सो प्यारी साध संगत जी, इस तो सानू ये सिੱਖਿਆ मिलती है कि जीव गुरुआं दी बाणी सुनन दे नाल ਤੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਵੇਦਾਂ ਦੇ ਤੱਤ ਸਾਰ ਨੂੰ ਪ੍ਰਾਪਤ ਕਰਦਾ ਹੈ ਅਤੇ ਵੇਦਾਂ ਦਾ ਤੱਤ ਸਾਰ ਇਹੋ ਹੈ, ਪ੍ਰਮਾਤਮਾ ਦਾ ਨਾਮ ਸੁਣੋ ਅਤੇ ਮੁਕਤੀ ਪ੍ਰਾਪਤ ਕਰੋ। ਅੱਲਾ, ਰਾਮ, ਵਾਹਿਗੁਰੂ ਇਹ ਸਾਰੇ ਵੇਦਾਂ ਦਾ ਹੀ ਤੱਤ ਸਾਰ ਹਨ। ਰਾਮ, ਅੱਲਾ ਜਾਂ ਵਾਹਿਗੁਰੂ ਜਪਣ ਨਾਲ ਸਾਰੇ ਵੇਦਾਂ ਤੇ ਹੋਰ ਧਾਰਮਿਕ ਗ੍ਰੰਥਾਂ ਦੇ ਪੜ੍ਹਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਵਾਵੇ ਦੀ ਡੈਫੀਨੇਸ਼ਨ ਦਿੱਤੀ ਹੈ, ਵਾਵਾ ਵਾਸਦੇਵ ਹਾ ਹਰੀ ਗੱਗਾ ਗੋਬਿੰਦ ਰਾਰਾ ਰਾਮ। ਚਾਰੇ ਯੁਗਾਂ ਦਾ, ਚਾਰੇ ਵੇਦਾਂ ਦਾ ਜਾਪ ਇੱਕ ਵਾਹਿਗੁਰੂ ਕਹਿਣ ਦੇ ਨਾਲ ਹੋ ਜਾਂਦਾ। ਇੱਕ ਵਾਰ ਵਾਹਿਗੁਰੂ ਕਿਹਾ ਤਾਂ ਚਾਰੇ ਯੁਗਾਂ ਦੇ ਨਾਮਾਂ ਦਾ ਸਿਮਰਨ ਹੋ ਜਾਂਦਾ, ਚਾਰੇ ਵੇਦਾਂ ਦਾ ਸਿਮਰਨ ਹੋ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਮਨੁੱਖ ਤਤਸਾਰ ਹੋ ਜਾਂਦਾ ਹੈ। ਜਿਹੜੇ ਪੁੱਜੇ ਹੋਏ ਗਿਆਨੀ ਪੁਰਸ਼, ਵਿਦਵਾਨ ਲੋਕ ਹੁੰਦੇ ਹਨ, ਬ੍ਰਹਮ ਗਿਆਨੀ ਹੁੰਦੇ ਹਨ, ਉਹ ਲੰਮੀਆਂ ਚੌੜੀਆਂ ਸਾਡੇ ਵਾਂਗ ਵਿਆਖਿਆ ਨਹੀਂ ਕਰਦੇ। ਉਹ ਜੀਵ ਨੂੰ ਸਮਝਾਉਣ ਵਾਸਤੇ ਸਿਰੇ ਦੀ ਗੱਲ ਕਰਦੇ ਹਨ। ਉਸ ਨੂੰ ਹੀ ਵਿਦਵਾਨ ਕਿਹਾ ਜਾਂਦਾ, ਉਸ ਨੂੰ ਹੀ ਬ੍ਰਹਮ ਗਿਆਨੀ ਕਿਹਾ ਜਾਂਦਾ ਕਿ ਉਹ ਸਾਰੀਆਂ ਗੱਲਾਂ ਦੀ ਇੱਕੋ ਹੀ ਗੱਲ ਕਰੇ। ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, 100 ਹੱਥ ਲੰਮਾ 100 ਹੱਥ ਰੱਸਾ ਸਿਰੇ ਤੇ ਗੰਢ, ਹਨਾ। ਇਸ ਤਰ੍ਹਾਂ ਗੱਲ ਲੰਮੀ ਜਿੰਨੀ ਮੌੜੀ ਲੰਮੀ ਚੌੜੀ ਮਰਜ਼ੀ ਕਰੀ ਜਾਓ, ਜਿੰਨੇ ਲੰਮੇ ਚੌੜੇ ਦੁੱਖ ਮਰਜ਼ੀ ਰੋਈ ਜਾਓ, ਜਿੰਨੇ ਲੰਮੀਆਂ ਚੌੜੀਆਂ ਵਿਆਖਿਆ ਪ੍ਰਮਾਣ ਮਰਜ਼ੀ ਦੇ ਜਾਓ, ਪਰ ਬ੍ਰਹਮ ਗਿਆਨੀ ਵਿਦਵਾਨ ਲੋਕ ਇਹਨਾਂ ਗੱਲਾਂ ਵਿੱਚ ਨਹੀਂ ਪੈਂਦੇ। ਅਸਲੀ ਵਿਦਵਾਨ ਉਸ ਨੂੰ ਕਿਹਾ ਜਾਂਦਾ ਹੈ, ਅਸਲੀ ਵਕਤਾ ਕਥਾਵਾਚਕ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਸਿਰੇ ਦੀ ਗੱਲ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਵੱਡੇ ਗਿਆਨ ਦੀ ਗੱਲ ਕਰ ਜਾਵੇ। ਸੋ ਉਸ ਨੂੰ ਤਤਸਾਰ ਕਹਿੰਦੇ ਹਨ। ਜਿਵੇਂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਵਾਰ ਕਿਹਾ ਕਿ ਸੰਪੂਰਨ ਇੱਕ ਪਲ ਝਪਕ ਦੇ ਵਿੱਚ ਸਾਨੂੰ, ਜਿੰਨੀ ਦੇਰ ਵਿੱਚ ਅਸੀਂ ਘੋੜੇ ਦੇ ਪੌੜ ਦੇ ਵਿੱਚ ਪੈਰ ਪਾ ਕੇ ਘੋੜੇ ਤੇ ਚੜੀਏ, ਓਨੇ ਚਿਰ ਦੇ ਵਿੱਚ ਸਾਨੂੰ ਕੋਈ ਗੁਰੂ ਗ੍ਰੰਥ ਸਾਹਿਬ ਸੁਣਾ ਸਕਦਾ? ਸੰਪੂਰਨ ਗੁਰੂ ਗ੍ਰੰਥ ਸਾਹਿਬ ਕਿਸੇ ਨੇ ਹਾਮੀ ਨਾ ਭਰੀ। ਤਾਂ ਇੱਕ ਸੁਲਝਿਆ ਹੋਇਆ ਮਹਾਰਾਜ ਦੀ ਕਿਰਪਾ ਵਾਲਾ ਗੁਰਮੁਖ ਜਨ, ਪੁੱਜੀ ਰੂਹ ਗੁਰਸਿੱਖ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਆਪ ਜੀ ਦੀ ਕਿਰਪਾ ਹੋਵੇ ਤਾਂ ਮੈਂ ਤੁਹਾਨੂੰ ਘੋੜੇ ਚੜ੍ਹਦਿਆਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਸੁਣਾ ਸਕਦਾ। ਕਹਿੰਦੇ ਫਿਰ ਭਾਈ ਸੁਣਾ। ਸਤਿਗੁਰੂ ਜੀ ਨੇ ਰਕਾਬ ਦੇ ਵਿੱਚ ਪੈਰ ਪਾਇਆ, ਜਦ ਜੰਪ ਦੇ ਕੇ ਘੋੜੇ ਦੇ ਉੱਪਰ ਚੜ੍ਹਨ ਲੱਗੇ ਤਾਂ ਸਿੱਖ ਨੇ ਕਿਹਾ, ਇੱਕ ਓੰਕਾਰ। ਸਤਿਗੁਰੂ ਜੀ ਕਹਿੰਦੇ ਹੋਰ? ਕਹਿੰਦੇ ਮਹਾਰਾਜ ਜੀ ਬਸ ਤੁਹਾਨੂੰ ਪਤਾ ਹੀ ਹੈ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ, ਭਾਈ ਇੱਕ ਓੰਕਾਰ ਹੀ ਗੁਰੂ ਗ੍ਰੰਥ ਸਾਹਿਬ ਤੇ ਕੁਦਰਤ ਦੀ ਪ੍ਰਾਕਿਰਤੀ ਦਾ ਪ੍ਰਮਾਣ ਹੈ, ਵਿਖਿਆਨ ਹੈ। ਇੱਕ ਓੰਕਾਰ ਸੰਪੂਰਨ ਗ੍ਰੰਥ ਪੂਰਨ ਸੰਪ੍ਰਕਿਰਤੀ ਦਾ ਤੱਤ ਸਾਰ ਹੈ। ਸੋ ਇਸ ਤਰ੍ਹਾਂ ਹੁਣ ਅਸੀਂ 3 ਪ੍ਰਮਾਣ ਸਰਵਣ ਕੀਤੇ, ਸੁੰਦਰ, ਚਤਰ, ਤਤ ਕਾ ਬੇਤਾ। ਸੋ ਤਤ ਦਾ ਬੇਤਾ, ਜਿਵੇਂ ਆਪਾਂ 8ਵੇਂ ਪਾਤਸ਼ਾਹ ਜੀ ਦੀ ਗੱਲ ਕੀਤੀ ਸੀ ਕਿ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਇੱਕ ਗੁੰਗੇ ਦੇ ਸਿਰ ਉੱਤੇ ਆਪਣੀ ਛੜੀ ਰੱਖ ਕੇ ਉਸ ਨੂੰ ਸਾਰੇ ਵੇਦਾਂ ਦਾ ਤਤ ਬੇਤਾ ਬਣਾ ਦਿੱਤਾ। ਭਾਵ ਸਾਰੇ ਵੇਦਾਂ ਦਾ ਤਤ ਸਾਰ ਸ੍ਰੀ ਭਾਗਵਤ ਗੀਤਾ ਦੇ ਅਰਥ ਕਰਵਾ ਕੇ ਉਸ ਨੂੰ ਵੇਦਾਂ ਦਾ ਤਤ ਬੇਤਾ ਬਣਾ ਦਿੱਤਾ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਕੋਲੋਂ ਗੁਰੂ ਰਾਮਦਾਸ ਜੀ ਨੇ ਪ੍ਰਮਾਤਮਾ ਦਾ ਨਾਮ ਸੁਣ ਕੇ ਤੇ ਸੇਵਾ ਕਰ ਕਰਕੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਲਾਹੌਰ ਵਿਖੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਵੇਦਾਂ ਦਾ ਤੱਤ ਸਾਰ ਗਾਇਤਰੀ ਮੰਤਰ ਦੇ ਅਰਥ ਕਰ ਦਿੱਤੇ ਅਤੇ ਵੇਦਾਂ ਦੇ ਤੱਤ ਬੇਤਾ ਬਣ ਗਏ। ਇਸ ਪ੍ਰਕਾਰ ਸੋ ਹੁਣ ਆਪਾਂ ਚੌਥਾ ਪ੍ਰਮਾਣ ਸਰਵਣ ਕਰਦੇ ਹਾਂ, ਸਮਦਰਸੀ ਏਕ ਦ੍ਰਿਸ਼ਟੇਤਾ। ਦੂਜੀ ਪੰਕਤੀ ਦੇ ਵਿੱਚ ਚੌਥੇ ਮਨੁੱਖ ਦੀ ਗੱਲ ਕੀਤੀ ਹੈ, ਸੁੰਦਰ ਚਤਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ। ਹੁਣ ਆਪਾਂ ਸਮਦਰਸੀ ਦੀ ਗੱਲ ਕਰਾਂਗੇ। ਸੋ ਸਮਦਰਸੀ ਦਾ ਪ੍ਰਮਾਣ ਦੇਣ ਵਾਸਤੇ ਅਸੀਂ ਭਾਈ ਕਨ੍ਹਈਆ ਜੀ ਦੀ ਗੱਲ ਕਰਾਂਗੇ। ਸੋ ਗੁਰਬਾਣੀ ਜੀ ਦਾ ਪਾਵਨ ਬਚਨ ਹੈ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਮੰਦਾਹੀ ਦਾ ਮਤਲਬ ਹੁੰਦਾ ਹੈ ਵਿਚਕਾਰ, ਵਿੱਚ। ਕੋਟ ਦਾ ਮਤਲਬ ਕਰੋੜਾਂ। ਸਤਿਗੁਰੂ ਜੀ ਕਹਿੰਦੇ ਹਨ ਕਰੋੜਾਂ ਵਿੱਚੋਂ ਕੋਈ ਇੱਕ ਹੀ ਸਮਦਰਸ਼ੀ ਹੁੰਦਾ ਹੈ ਜੋ ਜੀਵਨ ਦੇ ਤੱਤ ਸਾਰ ਨੂੰ ਸਮਝ ਕੇ ਸਮਦਰਸ਼ੀ ਹੋ ਜਾਂਦਾ ਹੈ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਅਸੀਂ ਬੜੀ ਮੁਸ਼ਕਿਲ ਦੇ ਨਾਲ ਦੁਸ਼ਮਣ ਨੂੰ ਮੈਦਾਨੇ ਜੰਗ ਵਿੱਚ ਮਾਰਦੇ ਹਾਂ ਜਾਂ ਜ਼ਖਮੀ ਕਰਕੇ ਕਮਜ਼ੋਰ ਕਰਦੇ ਹਾਂ, ਪਰ ਭਾਈ ਕਨ੍ਹਈਆ ਜੀ ਮੈਦਾਨੇ ਜੰਗ ਵਿੱਚ ਕਮਜ਼ੋਰ ਹੋ ਕੇ ਡਿੱਗੇ ਮੁਗਲ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਫਿਰ ਸਾਡੇ ਨਾਲ ਲੜਨ ਦੇ ਯੋਗ ਬਣਾ ਦਿੰਦੇ ਹਨ। ਹੇ ਗੁਰੂ ਜੀ, ਕਿਰਪਾ ਕਰਕੇ ਉਸ ਨੂੰ ਸਮਝਾਓ ਅਤੇ ਇਹ ਕੰਮ ਕਰਨ ਤੋਂ ਰੋਕੋ ਕਿ ਉਹ ਜ਼ਖਮੀ ਦੁਸ਼ਮਣਾਂ ਨੂੰ ਪਾਣੀ ਨਾ ਪਿਲਾਏ। ਸਿੱਖਾਂ ਦੀ ਇਹ ਸ਼ਿਕਾਇਤ ਰੂਪ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਭਾਈ ਕਨ੍ਹਈਆ ਸਿੰਘ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਆਖਿਆ, ਹੇ ਭਾਈ ਕਨ੍ਹਈਆ ਸਿੰਘ ਜੀ, ਇਹ ਸਾਰੇ ਸਿੰਘ ਤੁਹਾਡੀ ਸ਼ਿਕਾਇਤ ਕਰਦੇ ਹਨ ਕਿ ਤੁਸੀਂ ਮੈਦਾਨੇ ਜੰਗ ਵਿੱਚ ਜ਼ਖਮੀ ਤੇ ਕਮਜ਼ੋਰ ਪਏ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਫਿਰ ਤੋਂ ਸੁਰਜੀਤ ਕਰ ਦਿੰਦੇ ਹੋ। ਭਾਵ ਉਹਨਾਂ ਨੂੰ ਪਾਣੀ ਪਿਲਾ ਕੇ ਤੁਸੀਂ ਫਿਰ ਤੋਂ ਲੜਨ ਦੇ ਯੋਗ ਬਣਾ ਦਿੰਦੇ ਹੋ, ਜਿਸ ਨਾਲ ਸਿੱਖ ਫੌਜਾਂ ਦਾ ਨੁਕਸਾਨ ਹੁੰਦਾ ਹੈ। ਭਾਈ ਕਨ੍ਹਈਆ ਜੀ ਨੇ ਕਿਹਾ, ਹੇ ਗਰੀਬ ਨਵਾਜ ਜੀ, ਤੁਸੀਂ ਆਪ ਹੀ ਫਰਮਾਉਂਦੇ ਹੋ ਕਿ ਸਾਰੇ ਜੀਵਾਂ ਵਿੱਚ ਪਰਮਾਤਮਾ ਦਾ ਵਾਸਾ ਹੈ। ਮੈਨੂੰ ਕਿਸੇ ਵੀ ਮਨੁੱਖ ਵਿੱਚ ਦੁਸ਼ਮਣ ਨਜ਼ਰ ਨਹੀਂ ਆਉਂਦਾ, ਸਾਰੇ ਪਾਸੇ ਤੇਰਾ ਹੀ ਰੂਪ ਦਿਖਾਈ ਦਿੰਦਾ। ਵੱਡੇ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਕਿ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸੋ ਭਾਈ ਕਨ੍ਹਈਆ ਜੀ ਦੇ ਇਹ ਬਚਨ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਆਪਣੇ ਕੋਲੋਂ ਇੱਕ ਮਰਮ ਦੀ ਡੱਬੀ ਦੇ ਕੇ ਆਖਿਆ, ਹੇ ਭਾਈ, ਅੱਜ ਤੋਂ ਤੁਸੀਂ ਜ਼ਖਮੀਆਂ ਦੀ ਮਰਮ ਪੱਟੀ ਵੀ ਕਰਿਆ ਕਰੋ। ਗੁਰੂ ਜੀ ਨੇ ਦੂਜੇ ਸਿੰਘਾਂ ਨੂੰ ਆਖਿਆ, ਭਾਈ ਸਿੰਘੋ, ਤੁਹਾਡਾ ਕੰਮ ਹੈ ਜ਼ੁਲਮ ਤੇ ਜ਼ਾਲਮ ਨੂੰ ਖਤਮ ਕਰਨਾ ਅਤੇ ਭਾਈ ਕਨ੍ਹਈਆ ਜੀ ਦਾ ਕੰਮ ਹੈ ਸੇਵਾ ਕਰਨਾ। ਸੇਵਾ ਕਦੇ ਵੀ ਜਾਤ ਪਾਤ ਜਾਂ ਦੋਸਤ ਦੁਸ਼ਮਣ ਨੂੰ ਨਹੀਂ ਦੇਖਦੀ। ਸੂਰਮਾ ਇਸ ਧਰਤੀ ਉੱਤੋਂ
ਜ਼ੁਲਮ ਤੇ ਜ਼ਾਲਮ ਦਾ ਨਾਸ਼ ਕਰਦਾ ਹੈ ਅਤੇ ਸੇਵਕ ਸਮਦ੍ਰਿਸ਼ਟੀ ਰੱਖ ਕੇ ਮਾਨਵਤਾ ਦੀ ਸੇਵਾ ਕਰਦਾ ਹੈ। ਭਾਈ ਕਨ੍ਹਈਆ ਜੀ ਹੁਣ ਸਮਦ੍ਰਿਸ਼ਟੀ ਹੋ ਗਏ ਹਨ ਅਤੇ ਇਹਨਾਂ ਉੱਪਰ ਅਕਾਲ ਦੀ ਮਿਹਰ ਹੋ ਗਈ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਜੋ ਵੀ ਗੁਰੂ ਨਾਨਕ ਜੀ ਦੀ ਬਾਣੀ ਮਨ ਲਾ ਕੇ ਸੁਣਦਾ ਹੈ ਉਹ ਸਮਦ੍ਰਿਸ਼ਟੀ ਹੋ ਜਾਂਦਾ ਹੈ। ਉਸ ਦੀ ਨਿਗਾਹ ਵਿੱਚ ਸੰਸਾਰ ਦੇ ਸਾਰੇ ਜੀਵ ਇੱਕੋ ਜਿਹੇ ਹੋ ਜਾਂਦੇ ਹਨ। ਕੋਈ ਵੀ ਦੁਸ਼ਮਣ, ਮਿੱਤਰ, ਆਪਣਾ, ਪਰਾਇਆ ਅਤੇ ਉੱਚਾ ਨੀਵਾਂ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਜੀਵ ਨੂੰ ਸੰਸਾਰ ਦੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਅੱਜ ਦਾ ਆਪਣਾ ਵਿਸ਼ਾ ਸੀ ਗੁਰੂ ਦੇ ਬਚਨ, ਗੁਣਾਂ ਦਾ ਖਜ਼ਾਨਾ। ਸੋ ਇਸ ਤਰ੍ਹਾਂ ਦੇ ਨਾਲ ਸੁਖਮਨੀ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਨ੍ਹਾਂ ਨੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੇ ਬਚਨਾਂ ਨੂੰ, ਸਤਿਗੁਰਾਂ ਜੀ ਦੇ ਬਚਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਸੁਣਿਆ ਹੈ, ਪ੍ਰੇਮ ਦੇ ਨਾਲ ਸੁਣਿਆ ਹੈ, ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਵਰਤਾ ਲਿਆ ਹੈ, ਆਧਾਰ ਬਣਾ ਲਿਆ ਹੈ ਆਪਣੇ ਜੀਵਨ ਦਾ, ਤਾਂ ਉਹਨਾਂ ਨੂੰ ਇਹ ਫਲ ਪ੍ਰਾਪਤ ਹੁੰਦਾ। ਨਹੀਂ, ਬਾਣੀ ਤਾਂ ਅਸੀਂ ਰੋਜ਼ ਹੀ ਬਹੁਤ ਪੜ੍ਹਦੇ ਹਾਂ, ਬਾਣੀ ਰੋਜ਼ ਹੀ ਬਹੁਤ ਸੁਣਦੇ ਹਾਂ, ਗੱਲਾਂ ਵੀ ਬਹੁਤ ਸਾਰੀਆਂ ਕਰ ਲੈਂਦੇ ਰੱਬ ਦੇ ਨਾਂ ਦੀਆਂ, ਪਰ ਉਹ ਸਾਡੇ ਅੰਦਰ ਨਹੀਂ ਉਤਰਦੀਆਂ, ਸਾਡੇ ਜੀਵਨ ਦਾ ਆਧਾਰ ਨਹੀਂ ਬਣਦੀਆਂ। ਅਸੀਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਂਦੇ, ਅਸੀਂ ਕਦੇ ਪਰਖਦੇ ਨਹੀਂ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ। ਇਸ ਕਰਕੇ ਸਾਨੂੰ ਇਹ ਫਲ ਨਹੀਂ ਮਿਲਦੇ। ਸਤਿਗੁਰੂ ਜੀ ਕਹਿੰਦੇ, ਭਾਈ ਜਿਨ੍ਹਾਂ ਨੇ ਗੁਰਾਂ ਦੇ ਬਚਨਾਂ ਨੂੰ ਮਨ ਕਰਕੇ ਮੰਨ ਲਿਆ ਤਾਂ ਉਹਨਾਂ ਨੂੰ ਇਹ ਫਲ ਮਿਲਦੇ ਹਨ। ਕਿਹੜਾ ਫਲ ਮਿਲਦਾ? ਸੁੰਦਰ, ਚਤਰ, ਤਤ ਕਾ ਬੇਤਾ, ਸਮਦਾਸੀ, ਏਕ ਦ੍ਰਿਸ਼ਟੇਤਾ। ਇਹ ਚਾਰੇ ਗੁਣ ਮਨੁੱਖ ਦੇ ਵਿੱਚ ਆ ਜਾਂਦੇ ਹਨ ਜਾਂ ਇੱਕ ਇੱਕ ਕਰਕੇ ਆ ਜਾਂਦੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਆਪਣਾ ਅੱਜ ਦਾ ਇਹੋ ਵਿਸ਼ਾ ਹੀ ਸੀ। ਸੋ ਵਾਹਿਗੁਰੂ ਜੀ ਮਿਹਰ ਕਰਨ, ਸਾਰੀਆਂ ਸੰਗਤਾਂ ਦੇ ਸਤਿਗੁਰਾਂ ਦੀ ਕਿਰਪਾ ਹੋ ਜਾਏ, ਵਾਹਿਗੁਰੂ ਦੀ ਮਿਹਰ ਹੋ ਜਾਵੇ ਕਿ ਸਾਡੇ ਅੰਦਰ ਵੀ ਕਿਨਕਾ ਇੱਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਰੀ ਨਾ ਆਵੈ। ਸਾਡੇ ਅੰਦਰ ਵੀ ਸਤਿਗੁਰਾਂ ਜੀ ਦੀ ਬਾਣੀ ਦਾ, ਗੁਰਾਂ ਦੀ ਸਿੱਖਿਆ ਦਾ ਕੋਈ ਇੱਕ ਅੱਖਰ ਵਸ ਜਾਵੇ ਤਾਂ ਸਾਡੇ ਜੀਵਨ ਵਿੱਚ ਵੀ ਤਬਦੀਲੀ ਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।